ਤੁਸੀਂ ਵੇਖ ਰਹੇ ਹੋ ਦਾ ਅਨਮਿਊਟ। ਮੈਂ ਰਣਦੀਪ ਸਿੰਘ। ਦਾਲ ਰੋਟੀ ਘਰ ਦੀ, ਦੀਵਾਲੀ ਅੰਮ੍ਰਿਤਸਰ ਦੀ। ਦੀਵਾਲੀ ਦਾ ਤਿਉਹਾਰ ਪੂਰੇ ਦੇਸ਼ ਦੇ ਵਿੱਚ ਬਹੁਤ ਉਤਸ਼ਾਹ ਦੇ ਨਾਲ ਮਨਾਇਆ ਜਾਂਦਾ ਹੈ। ਸਿੱਖ ਧਰਮ ਦੀ ਗੱਲ ਕਰੀਏ ਤਾਂ ਸਿੱਖਾਂ ਦੇ ਵੱਲੋਂ ਇਹ ਤਿਉਹਾਰ ਬੰਦੀ ਛੋੜ ਦਿਵਸ ਦੇ ਨਾਮ ਨਾਲ ਮਨਾਇਆ ਜਾਂਦਾ ਹੈ। ਦੁਨੀਆ ਦੇ ਵਿੱਚ ਜਿੱਥੇ ਵੀ ਸਿੱਖ ਵਸਦੇ ਨੇ ਉਹ ਇਸ ਤਿਉਹਾਰ 'ਤੇ ਗੁਰਧਾਮਾਂ ਦੇ ਵਿੱਚ ਜਾ ਕੇ ਦੀਪਮਾਲਾ ਕਰਦੇ ਨੇ, ਆਤਿਸ਼ਬਾਜ਼ੀ ਵੀ ਕੀਤੀ ਜਾਂਦੀ ਹੈ ਅਤੇ ਗੁਰਧਾਮਾਂ ਦੇ ਵਿੱਚ ਨਤਮਸਤਕ ਵੀ ਹੋਇਆ ਜਾਂਦਾ ਹੈ। ਅੰਮ੍ਰਿਤਸਰ ਦੇ ਵਿੱਚ ਸ੍ਰੀ ਦਰਬਾਰ ਸਾਹਿਬ ਵਿਖੇ ਵੀ ਵੱਡੀ ਗਿਣਤੀ ਦੇ ਵਿੱਚ ਸਿੱਖ ਸੰਗਤਾਂ ਪਹੁੰਚਦੀਆਂ ਨੇ। ਬੰਦੀ ਛੋੜ ਦਿਵਸ ਦਾ ਸਿੱਖ ਧਰਮ ਦੇ ਵਿੱਚ ਕੀ ਮਹੱਤਵ ਹੈ, ਇਸ ਦਾ ਸੰਬੰਧ ਸਿੱਖਾਂ ਦੇ ਨਾਲ ਕਿਵੇਂ ਜੁੜਿਆ, ਇਸ ਵਿਸ਼ੇ 'ਤੇ ਗੱਲਬਾਤ ਕਰਾਂਗੇ। ਸਾਡੇ ਨਾਲ ਗੱਲਬਾਤ ਕਰਨ ਦੇ ਲਈ ਸਟੂਡੀਓ ਦੇ ਵਿੱਚ ਮੌਜੂਦ ਨੇ ਭਾਈ ਕੁਲਦੀਪ ਸਿੰਘ ਗੜਗੱਜ। ਗੜਗੱਜ ਸਾਹਿਬ, ਤੁਹਾਡਾ ਸਵਾਗਤ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੰਦੀ ਛੋੜ ਦਿਵਸ ਦੀ ਸ਼ੁਰੂਆਤ ਕਿਵੇਂ ਹੁੰਦੀ ਹੈ, ਸਿੱਖ ਧਰਮ ਦੇ ਨਾਲ ਇਸ ਦਾ ਸੰਬੰਧ ਕਿਵੇਂ ਜੁੜਦਾ ਹੈ? ਜਦੋਂ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ 1606 ਈਸਵੀ ਦੇ ਵਿੱਚ ਲਾਹੌਰ ਦੀ ਧਰਤੀ 'ਤੇ ਬਹੁਤ ਤਸੀਹੇ ਦੇ ਕੇ ਸ਼ਹੀਦ ਕੀਤਾ। ਗੁਰੂ ਸਾਹਿਬ ਦੀ ਸ਼ਹਾਦਤ ਤੋਂ ਬਾਅਦ ਜੋ ਸਿੱਖ ਧਰਮ ਦੇ ਵਿੱਚ ਨਿਮਰਤਾ ਜਾਂ ਸ਼ਾਂਤਮਈ ਤਰੀਕਾ, ਇਹਨੂੰ ਕੋਈ ਸਾਡੀ ਬੁਜ਼ਦਿਲੀ ਵੀ ਨਾ ਸਮਝ ਲਵੇ, ਤਾਂ ਗੁਰੂ ਅਰਜਨ ਸਾਹਿਬ ਜੀ ਦੇ ਹੁਕਮ ਦੇ ਨਾਲ ਹੀ ਜੋ ਗੁਰੂ ਸਾਹਿਬ ਹੁਕਮ ਕਰਕੇ ਗਏ ਸੀ, ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਨੇ 2 ਤਲਵਾਰਾਂ ਧਾਰਨ ਕੀਤੀਆਂ, ਇੱਕ ਮੀਰੀ ਦੀ, ਇੱਕ ਪੀਰੀ ਦੀ, ਇੱਕ ਧਰਮ ਦੀ, ਇੱਕ ਰਾਜਨੀਤੀ ਦੀ, ਔਰ ਦਿੱਲੀ ਦੇ ਤਖਤ ਤੋਂ ਉੱਚਾ ਸ਼੍ਰੀ ਅਕਾਲ ਤਖਤ ਸਾਹਿਬ ਕਾਇਮ ਕੀਤਾ। ਔਰ ਨਾਲ ਹੀ ਗੁਰੂ ਸਾਹਿਬ ਨੇ ਆਖਿਆ ਕਿ ਜਿਹੜਾ ਵੀ ਸਾਡਾ ਸਿੱਖ ਆ, ਜਦੋਂ ਸਾਡੇ ਦਰਸ਼ਨਾਂ ਨੂੰ ਆਉਂਦਾ, ਜੋ ਹਮਰੇ ਦਰਸ਼ਨ ਕੋ ਆਵੇ ਹੋਏ ਸੁਚੇਤ ਤਨ ਸ਼ਸਤਰ ਸਜਾਵੇ, ਉਹ ਸ਼ਸਤਰਧਾਰੀ ਹੋ ਕੇ ਤੇ ਘੋੜੇ ਦੀ ਸਵਾਰੀ ਕਰਕੇ ਇੱਥੇ ਆਵੇ। ਇਹ ਮਤਲਬ ਸਟੇਟ ਦੇ ਅੰਦਰ ਇੱਕ ਸਟੇਟ ਹੀ, ਇੱਕ ਤਾਂ ਉਸ ਵੇਲੇ ਕੋਈ ਦੂਜਾ ਬੰਦਾ ਹਥਿਆਰ ਨਹੀਂ ਰੱਖ ਸਕਦਾ, ਦੂਜਾ ਕੋਈ ਪੱਗ ਨਹੀਂ ਬੰਨ੍ਹ ਸਕਦਾ, ਤੀਜਾ ਕੋਈ ਬੰਦਾ ਘੋੜੇ 'ਤੇ ਨਹੀਂ ਬਹਿ ਸਕਦਾ, ਚੌਥਾ ਤਖਤ। ਇਹ ਸਟੇਟ ਦੇ ਅੰਦਰ ਇੱਕ ਸਟੇਟ ਹੀ। ਔਰ ਇਸ ਗੱਲ ਨੂੰ ਜਿਹੜੀ ਮੁਗਲ ਹਕੂਮਤ ਹੀ ਉਸ ਵੇਲੇ ਦੀ, ਉਹਨੇ ਇਹਨੂੰ ਪ੍ਰਵਾਨ ਨਹੀਂ ਕੀਤਾ। ਇੱਥੋਂ ਤੱਕ ਕਿ ਬਹੁਤ ਸਾਰੇ ਨੌਜਵਾਨ ਗੱਭਰੂ, ਉਹਨਾਂ ਨੇ ਆਪਣੇ ਆਪ ਨੂੰ ਪੇਸ਼ ਕੀਤਾ ਗੁਰੂ ਸਾਹਿਬ ਦੇ ਕੋਲ ਕਿ ਸਾਨੂੰ ਕੁਛ ਨਹੀਂ ਚਾਹੀਦਾ, ਬਸ 6 ਮਹੀਨਿਆਂ ਬਾਅਦ ਇੱਕ ਪੋਸ਼ਾਕ ਕਛਹਿਰਾ ਇਹ ਸਾਨੂੰ ਦੇ ਦਿਓ ਅਤੇ ਅਸੀਂ ਗੁਰੂ ਸਾਹਿਬ ਜੀ ਦੇ ਅਧੀਨ ਆ, ਗੁਰੂ ਸਾਹਿਬ ਦੇ ਸੇਵਕ ਬਣ ਕੇ ਗੁਰੂ ਸਾਹਿਬ ਦੀ ਫੌਜ ਦੇ ਵਿੱਚ ਆ। ਔਰ ਗੁਰੂ ਸਾਹਿਬ ਦੀ ਇੱਕ ਤਗੜੀ ਫੌਜ ਬਣ ਗਈ। ਔਰ ਸਿਰਫ ਫੌਜ ਹੀ ਨਹੀਂ ਬਣੀ, ਜਿਹੜੇ ਸਿੱਖਾਂ ਦੇ ਮਸਲੇ ਹੀ ਉਹ ਹੋਰ ਕਿਸੇ ਕਚਹਿਰੀ 'ਚ ਨਾ ਜਾਣ, ਕਿਤੇ ਸਰਕਾਰੀ ਦਰਬਾਰੇ ਨਾ ਜਾਣ, ਉਹ ਅਕਾਲ ਤਖਤ ਸਾਹਿਬ 'ਤੇ ਆਉਣ ਔਰ ਉੱਥੇ ਉਹਨਾਂ ਦਾ ਨਿਬੇੜਾ ਹੋਣ ਲੱਗਾ। ਇਸ ਗੱਲ ਨੂੰ ਹਕੂਮਤ ਨੇ ਪ੍ਰਵਾਨ ਨਹੀਂ ਕੀਤਾ ਵੀ ਇਹਦੇ ਸਿੱਧਾ ਸਾਡੀ ਸੱਤਾ ਨੂੰ ਚੈਲੰਜ ਆ। ਇਸ ਕਰਕੇ ਉਹ ਬਹਾਨੇ ਲੱਭਣ ਲੱਗੇ ਅਤੇ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਉਹਨਾਂ ਨੇ ਸੰਨ 1609 ਦੇ ਵਿੱਚ ਕੈਦ ਕੀਤਾ। ਕੈਦ ਕਰਕੇ ਉਹਨਾਂ ਨੇ ਗੁਰੂ ਸਾਹਿਬ ਜੀ ਨੂੰ ਇਹ ਦੱਸਣ ਦੀ ਕੋਸ਼ਿਸ਼ ਕੀਤੀ ਕਿ ਜਿਹੜਾ ਵੀ ਹਕੂਮਤ ਦੇ ਖਿਲਾਫ ਚੱਲਣ ਦੀ ਕੋਸ਼ਿਸ਼ ਕਰੂਗਾ, ਜਾਂ ਜਿਹੜੇ ਡਰੇ ਹੋਏ ਲੋਕ ਆ, ਕੰਬੇ ਹੋਏ ਲੋਕ ਆ, ਇਹਨਾਂ ਦੇ ਵਿੱਚ ਕੋਈ ਅਣਖ ਬਹਾਦਰੀ ਦੀ ਚਿਣਗ ਪੈਦਾ ਕਰਨ ਦੀ ਕੋਸ਼ਿਸ਼ ਕਰੂਗਾ, ਉਹਨੂੰ ਅਸੀਂ ਸਹਿਣ ਨਹੀਂ ਕਰਾਂਗੇ। ਅਸੀਂ ਸ਼ਹੀਦ ਵੀ ਕਰ ਸਕਦੇ ਹਾਂ ਅਤੇ ਅਸੀਂ ਕੈਦ ਵੀ ਕਰ ਸਕਦੇ ਹਾਂ। ਤੋ ਗੁਰੂ ਸਾਹਿਬ ਜੀ ਨੂੰ ਜਦੋਂ ਕੈਦ ਕੀਤਾ ਗਿਆ ਗਵਾਲੀਅਰ ਦੇ ਕਿਲ੍ਹੇ ਦੇ ਵਿੱਚ, ਉੱਥੇ ਜਦੋਂ ਗੁਰੂ ਸਾਹਿਬ ਜੀ ਗਏ ਆ ਅਤੇ ਸਾਡੀ ਤਵਾਰੀਖ ਦੇ ਵਿੱਚ ਇਹ ਵੀ ਆਉਂਦਾ ਕਿ ਜਿਹੜਾ ਚੰਦੂ ਦਾ ਮੁੰਡਾ ਸੀ, ਉਹਨੇ ਕੋਸ਼ਿਸ਼ ਕੀਤੀ ਕਿ ਗੁਰੂ ਸਾਹਿਬ ਨੂੰ ਅੰਦਰ ਹੀ ਖਤਮ ਕਰ ਦਿੱਤਾ ਜਾਵੇ। ਉਹਨੇ ਇੱਕ ਜ਼ਹਿਰ ਲੱਗੀ ਪੋਸ਼ਾਕ ਜਿਹੜੀ ਸੀ, ਉਹ ਜਿਹੜਾ ਉੱਥੋਂ ਦਾ ਦਰੋਗਾ ਹੈ, ਉਹਨੂੰ ਮਤਲਬ ਭੇਜਣ ਦੀ ਕੋਸ਼ਿਸ਼ ਕੀਤੀ, ਪਰ ਦਰੋਗਾ ਮੰਨਿਆ ਨਹੀਂ ਵੀ ਮੈਂ ਇਹ ਪਾਪ ਨਹੀਂ ਕਰਨਾ। ਫਿਰ ਗੁਰੂ ਸਾਹਿਬ ਉੱਥੇ ਕੈਦ ਦੇ ਵਿੱਚ ਰਹਿ ਗਏ। ਗਵਾਲੀਅਰ ਦੀ ਤੁਸੀਂ ਗੱਲ ਕੀਤੀ ਹੈ, ਇਤਿਹਾਸ ਸਾਰੀ ਸੰਗਤ ਪੜ੍ਹਦੀ ਹੈ, ਸੁਣਦੀ ਹੈ। ਗਵਾਲੀਅਰ ਦੇ ਕਿਲ੍ਹੇ ਦੇ ਵਿੱਚ ਗੁਰੂ ਸਾਹਿਬ ਨੂੰ ਕੈਦ ਰੱਖਿਆ ਗਿਆ, ਕੀ ਵਜ੍ਹਾ ਸੀ ਗਵਾਲੀਅਰ ਦਾ ਕਿਲ੍ਹਾ ਚੁਣਿਆ ਗਿਆ? ਗੁਰੂ ਸਾਹਿਬ ਨੂੰ ਗਵਾਲੀਅਰ ਦੇ ਕਿਲ੍ਹੇ ਦੇ ਵਿੱਚ ਹੀ ਕਿਉਂ ਰੱਖਿਆ ਗਿਆ? ਕਿਉਂਕਿ ਜਿਹੜਾ ਗਵਾਲੀਅਰ ਦਾ ਕਿਲ੍ਹਾ ਵਾ, ਇਹਦੇ ਬਾਰੇ ਇਹ ਪ੍ਰਸਿੱਧ ਸੀ ਵੀ ਜਿਹੜਾ ਵੀ ਅੰਦਰ ਜਾਂਦਾ ਉਹ ਅੰਦਰ ਤੇ ਜਾ ਸਕਦਾ, ਉਹ ਬਾਹਰ ਨਹੀਂ ਨਿਕਲ ਸਕਦਾ। ਜਿਹੜੇ ਸਿਆਸੀ ਕੈਦੀ ਸੀ, ਸਿਆਸੀ ਕੈਦੀ, ਰਾਜਨੀਤਿਕ ਕੈਦੀ, ਸਾਰੇ ਉੱਥੇ ਕੈਦ ਕੀਤੇ ਜਾਂਦੇ। ਜਿਹੜੇ ਵੀ ਰਾਜਪੂਤ ਰਾਜੇ ਸੀ ਜਾਂ ਹੋਰ ਜਿਹੜੇ ਰਾਜੇ ਸੀ, ਉਹ ਸਾਰੇ ਦੇ ਸਾਰੇ ਉੱਥੇ ਕੈਦ ਕੀਤੇ ਹੋਏ। ਔਰ ਜਿਹੜਾ ਅੰਦਰ ਚਲੇ ਜਾਂਦਾ ਸੀ, ਉਹਦੇ ਵਾਪਸ ਆਉਣ ਦੀ ਕੋਈ ਆਸ ਨਹੀਂ ਸੀ, ਜਾਂ ਤਾਂ ਉਹ ਅੰਦਰ ਹੀ ਚੜ੍ਹਾਈ ਕਰ ਜਾਂਦਾ ਸੀ ਬਿਮਾਰ ਹੋ ਕੇ ਜਾਂ ਕੁਛ ਹੋ ਕੇ, ਜਾਂ ਅੰਦਰ ਹੀ ਬਜ਼ੁਰਗੀ ਜੋ ਚੜ੍ਹਾਈ ਕਰ ਜਾਂਦਾ ਹੈ, ਕੋਈ ਨਿਕਲਦਾ ਨਹੀਂ। ਤਾਂ ਸਿਆਸੀ ਕੈਦੀਆਂ ਨੂੰ ਉੱਥੇ ਕੈਦ ਰੱਖਿਆ ਜਾਂਦਾ ਹੈ। ਤਾਂ ਕਰਕੇ ਜਿਹੜਾ ਜਹਾਂਗੀਰ ਆ, ਉਹ ਗੁਰੂ ਸਾਹਿਬ ਨੂੰ ਉੱਥੇ ਕੈਦ ਕਰਦਾ ਵੀ ਇਹ ਇੱਕ ਵਾਰੀ ਕੈਦ ਕਰ ਦਿਓ ਅਤੇ ਬਾਹਰ ਇਹ ਨਿਕਲਣੀ ਨਾ। ਮਤਲਬ ਕਿ ਜਹਾਂਗੀਰ ਇਹ ਚਾਹੁੰਦਾ ਸੀ ਕਿ ਗੁਰੂ ਹਰਗੋਬਿੰਦ ਸਾਹਿਬ ਦੀ ਕਿਸੇ ਨਾ ਕਿਸੇ ਤਰੀਕੇ ਨਾਲ ਮੌਤ ਹੋ ਜਾਏ ਉਸੇ ਕਿਲ੍ਹੇ ਦੇ ਵਿੱਚ। ਹਾਂ, ਉਹ ਚਾਹੁੰਦਾ ਵੀ ਗੁਰੂ ਸਾਹਿਬ ਕਦੀ ਬਾਹਰ ਹੀ ਨਾ ਨਿਕਲਣ, ਅੰਦਰ ਹੀ ਰਹਿਣ। ਔਰ ਜਦੋਂ ਸਿੱਖਾਂ ਦੇ ਵਿੱਚ ਗੁਰੂ ਨਹੀਂ ਹੋਊਗਾ ਅਤੇ ਸਿੱਖਾਂ ਦੇ ਹੌਸਲੇ ਟੁੱਟ ਜਾਣਗੇ।
ਪਰ ਉਹਨੂੰ ਇਹ ਨਹੀਂ ਪਤਾ ਕਿ ਸਿੱਖ ਜਿਹੜੇ ਆ ਉਹ ਗੁਰੂ ਸਾਹਿਬ ਜੀ ਦੇ ਸ਼ਬਦ ਨਾਲ ਵੀ ਜੁੜੇ ਹੋਏ ਆ, ਇਕੱਲੇ ਸਰੀਰ ਨਾਲ ਨਹੀਂ ਜੁੜੇ ਉਦੋਂ, ਕਿਉਂਕਿ ਗੁਰੂ ਸਰੀਰ ਦੇ ਵਿੱਚ ਆ, ਉਹ ਗੁਰੂ ਦੀ ਜੋਤ ਗੁਰੂ ਨਾਨਕ ਪਾਤਸ਼ਾਹ ਦੀ ਸਰੀਰ ਦੇ ਵਿੱਚ ਆ। ਪਰ ਸਿੱਖਾਂ ਨੂੰ ਜੋ ਗੁਰੂ ਨਾਨਕ ਸਾਹਿਬ ਦੇ ਸਿਧਾਂਤ ਹੈਗੇ ਸੀ, ਸ਼ਬਦ ਗੁਰੂ ਸੁਰ ਧੁਨ ਚੇਲਾ, ਉਹ ਵੀ ਨਾਲ ਚੱਲਦੇ। ਇਸ ਕਰਕੇ ਜਦੋਂ ਗੁਰੂ ਸਾਹਿਬ ਅੰਦਰ ਕੈਦ ਹੀ ਬਾਬਾ ਬੁੱਢਾ ਸਾਹਿਬ, ਭਾਈ ਗੁਰਦਾਸ ਜੀ, ਇਹਨਾਂ ਗੁਰਮੁਖਾਂ ਗੁਰਸਿੱਖਾਂ ਨੇ ਕੀ ਕੀਤਾ ਕਿ ਇਹਨਾਂ ਨੇ ਸ਼ਬਦ ਚੌਂਕੀ ਦੀ ਪਰੰਪਰਾ ਸ਼ੁਰੂ ਕੀਤੀ, ਜਿਹੜੀ ਕਿ ਹੁਣ ਵੀ ਦਰਬਾਰ ਸਾਹਿਬ ਦੇ ਵਿੱਚ ਨਿਭਾਈ ਜਾਂਦੀ ਆ। ਉਹ ਕੀ ਕਰਦੇ ਵੀ ਇੱਕ ਪਿੰਡ ਦੇ ਵਿੱਚ ਸ਼ਬਦ ਪੜ੍ਹਦੇ ਜਾਣੇ। ਚੌਂਕੀ ਦਾ ਮਤਲਬ ਹੁੰਦਾ 4 ਜਣੇ ਮਿਲ ਕੇ ਘੱਟੋ ਘੱਟ ਜਦੋਂ ਸ਼ਬਦ ਪੜ੍ਹਦੇ ਆ, ਉਹਨੂੰ ਕਹਿੰਦੇ ਸ਼ਬਦ ਚੌਂਕੀ। ਉਹ ਇੱਕ ਪਿੰਡ ਦੇ ਵਿੱਚ ਦੂਜੇ ਪਿੰਡ 'ਚ, ਦੂਜੇ ਤੋਂ ਤੀਜੇ 'ਚ ਗੁਰਬਾਣੀ ਦੇ ਸ਼ਬਦ ਪੜ੍ਹੇ ਜਾਂਦੇ ਸੀ। ਲੋਕਾਂ ਨੂੰ ਸਮਝਾਇਆ ਜਾਂਦਾ ਹੈ ਵੀ ਸਾਨੂੰ ਕੋਊ ਹਰ ਸਮਾਨ ਨਹੀਂ ਰਾਜਾ, ਇਹ ਭੂਪਤ ਸਭ ਦਿਵਸ ਚਾਰ ਕੇ ਝੂਠੇ ਕਰਤ ਦਿਵਾਜਾ, ਰੱਬ ਵਰਗਾ ਬਾਦਸ਼ਾਹ ਕੋਈ ਨਹੀਂ ਆ, ਆਹ ਜਿਹੜੇ ਰਾਜੇ ਆ ਇਹਨਾਂ ਦੀ ਚਕਾਚੌਂਧ 4 ਦਿਨਾਂ ਦੀ ਉੱਡ ਜਾਣੀ ਆ, ਪਰਵਾਹ ਨਾ ਕਰੋ ਕਿਸੇ ਦੀ। ਕਿਤੇ ਨਾ ਕਿਤੇ ਜਦੋਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਗ੍ਰਿਫਤਾਰ ਕਰਕੇ ਕਿਲੇ ਦੇ ਵਿੱਚ ਬੰਦ ਕਰ ਦਿੱਤਾ ਜਾਂਦਾ ਹੈ, ਕੈਦ ਕੀਤਾ ਜਾਂਦਾ ਹੈ, ਤਾਂ ਉਸ ਸਮੇਂ ਸਿੱਖਾਂ ਦੀ ਮਨੋਦਸ਼ਾ ਕਿਹੋ ਜਿਹੀ ਹੋਊਗੀ? ਕਿਉਂਕਿ ਉਸ ਤੋਂ ਪਹਿਲਾਂ ਜੇਕਰ ਆਪਾਂ ਗੱਲ ਕਰੀਏ ਤਾਂ ਪੰਚਮ ਪਾਤਸ਼ਾਹ ਗੁਰੂ ਅਰਜਨ ਸਾਹਿਬ ਨੂੰ ਤੱਤੀ ਤਵੀ ਤੇ ਬਿਠਾ ਕੇ ਲਾਹੌਰ ਦੇ ਵਿੱਚ ਸ਼ਹੀਦ ਕਰ ਦਿੱਤਾ ਗਿਆ ਸੀ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਸਿੱਖਾਂ ਦੇ ਵਿੱਚ ਇੱਕ ਨਵਾਂ ਜੋਸ਼ ਭਰਿਆ, ਉਹਨਾਂ ਨੂੰ ਮੀਰੀ ਪੀਰੀ ਦੀਆਂ ਕਿਰਪਾਨਾਂ ਧਾਰਨ ਕਰਕੇ ਉਹਨਾਂ ਨੂੰ ਇੱਕ ਨਵਾਂ ਹੌਸਲਾ ਦਿੱਤਾ। ਪਰ ਜਦੋਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਕੈਦ ਹੋ ਜਾਂਦੇ ਨੇ, ਫਿਰ ਮਨੋਦਸ਼ਾ ਕਿਹੋ ਜਿਹੀ ਸੀ? ਕੀ ਹੌਸਲੇ ਟੁੱਟੇ? ਨਹੀਂ ਜੀ, ਕਿਉਂਕਿ ਹੌਸਲੇ ਤਾਂ ਨਹੀਂ ਟੁੱਟੇ, ਜਿਹੜੇ ਗੁਰਮੁਖ ਪਿਆਰੇ ਬਾਬਾ ਬੁੱਢਾ ਸਾਹਿਬ ਜਾਂ ਭਾਈ ਗੁਰਦਾਸ ਇਹ ਹੈਗੇ ਸੀ, ਔਰ ਇਹਨਾਂ ਨੇ ਸੰਗਤ ਨੂੰ ਪੂਰਾ ਗੁਰੂ ਘਰ ਨਾਲ ਜੋੜ ਕੇ ਰੱਖਿਆ। ਜਦੋਂ ਇੱਕ ਪਿੰਡ 'ਚੋਂ ਦੂਜੇ ਪਿੰਡ ਦੇ ਸ਼ਬਦ ਪੜ੍ਹਦੇ ਜਾਂਦੇ, ਫਿਰ ਉਹ ਦਰਬਾਰ ਸਾਹਿਬ ਜਾਂਦੇ, ਫਿਰ ਇੱਥੋਂ ਤੱਕ ਸਿੱਖਾਂ ਦੀ ਆਪਣੇ ਗੁਰੂ ਪ੍ਰਤੀ ਭਾਵਨਾਵਾਂ ਕਿ ਇੱਥੋਂ ਹੀ ਸ਼ਬਦ ਪੜ੍ਹਦੀਆਂ ਹੋਈਆਂ ਸਿੱਖ ਸੰਗਤਾਂ ਇੱਕ ਪਿੰਡ ਤੋਂ ਦੂਜੇ ਪਿੰਡ 'ਚ ਗਵਾਲੀਅਰ ਦੇ ਕਿਲ੍ਹੇ ਤੱਕ ਪਹੁੰਚ ਗਏ। ਅਤੇ ਗਵਾਲੀਅਰ ਦੇ ਕਿਲ੍ਹੇ ਦੀਆਂ ਕੰਧਾਂ ਨੂੰ ਚੁੰਮ ਕੇ ਸਿੱਖ ਵਾਪਸ ਆ ਜਾਂਦੇ ਵੀ ਅੰਦਰ ਗੁਰੂ ਆ। ਗੁਰੂ ਤੋਂ ਦੂਰ ਹੀ ਨਹੀਂ ਹੋਏ ਸਿੱਖ, ਸਿੱਖ ਗੁਰੂ ਦੇ ਨਾਲ ਹੀ ਰਹੇ, ਗੁਰੂ ਸਾਹਿਬ ਨੂੰ ਅੰਗ ਸੰਗ ਹੀ ਸਮਝਿਆ। ਔਰ ਹਕੂਮਤ ਜੋ ਚਾਹੁੰਦੀ ਸੀ ਵੀ ਇਹਨਾਂ ਦੇ ਹੌਸਲੇ ਡਿੱਗ ਪੈਣ, ਹੌਸਲੇ ਡਿੱਗੇ ਹੀ ਨਹੀਂ, ਕਿਉਂਕਿ ਬੜੇ ਸਿਆਣੇ ਸਿੱਖ ਜਿਹੜੇ ਉਹ ਬਾਹਰ ਬੈਠੇ ਸੀ, ਔਰ ਉਹ ਗੁਰੂ ਸਾਹਿਬ ਦੇ ਨਾਲ, ਗੁਰੂ ਦੀ ਬਾਣੀ ਦੇ ਨਾਲ ਓਤ-ਪੋਤ ਹੈਗੇ। ਜਿਹੜੀ ਹੁਣ ਅੱਜ ਆਪਾਂ ਦੇਖਦੇ ਹਾਂ ਗੁਰਪੁਰਬ ਮੌਕੇ ਜਾਂ ਇਤਿਹਾਸਕ ਦਿਹਾੜੇ ਮੌਕਿਆਂ 'ਤੇ ਪ੍ਰਭਾਤ ਫੇਰੀਆਂ ਨਿਕਲਦੀਆਂ ਨੇ, ਜਿਵੇਂ ਗੁਰੂ ਨਾਨਕ ਸਾਹਿਬ ਦਾ ਗੁਰਪੁਰਬ ਆਉਣਾ, ਪਹਿਲਾਂ ਹੀ ਉਸ ਦੀ ਸ਼ੁਰੂਆਤ ਹੋ ਜਾਂਦੀ ਹੈ। ਇਹ ਵੀ ਉਸੇ ਲੜੀ ਦਾ ਹਿੱਸਾ ਸੀ, ਉੱਥੋਂ ਹੀ ਸ਼ੁਰੂਆਤ ਹੋਈ। ਇਹ ਸ਼ੁਰੂਆਤ ਕਿਵੇਂ ਹੁੰਦੀ ਹੈ? ਅਸਲ ਦੇ ਵਿੱਚ ਉਹੀ ਹੈ ਜੀ ਸ਼ਬਦ ਚੌਂਕੀ। ਪ੍ਰਭਾਤ ਫੇਰੀ ਤਾਂ ਆਪਾਂ ਹੁਣ ਨਾਮ ਰੱਖਤਾ ਵੀ ਅੰਮ੍ਰਿਤ ਵੇਲੇ ਕੱਢਦੇ ਨੇ, ਪ੍ਰਭਾਤ ਵੇਲੇ ਹੈ ਤੇ ਅਸਲ 'ਚ ਸ਼ਬਦ ਚੌਂਕੀ ਆ। ਸ਼ਬਦ ਪੜ੍ਹਦਿਆਂ ਸਿੱਖ ਗੁਰੂ ਸਾਹਿਬ ਨੂੰ ਯਾਦ ਕਰਦਿਆਂ, ਗੁਰੂ ਦੀ ਬਾਣੀ ਦਾ ਪਾਠ ਕਰਦਿਆਂ ਜਾਂਦੇ ਆ। ਇਸ ਦਾ ਵੀ ਮਕਸਦ ਉਹੀ ਹੈ? ਉਹੀ ਮਕਸਦ ਆ ਜੀ, ਸ਼ਬਦ ਗੁਰੂ ਨਾਲ ਜੁੜਨਾ, ਬਾਣੀ ਨਾਲ ਜੁੜਨਾ, ਗੁਰੂ ਨਾਨਕ ਸਾਹਿਬ ਦੇ ਘਰ ਨਾਲ ਜੁੜਨਾ। ਤੁਸੀਂ ਗਵਾਲੀਅਰ ਦੇ ਕਿਲ੍ਹੇ ਦੀ ਗੱਲ ਕੀਤੀ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਗਵਾਲੀਅਰ ਦੇ ਕਿਲ੍ਹੇ ਦੇ ਵਿੱਚ ਕੈਦ ਕੀਤਾ ਜਾਂਦਾ ਹੈ। ਉੱਥੇ ਉਸ ਤੋਂ ਪਹਿਲਾਂ 52 ਰਾਜਸੀ ਕੈਦੀ ਪਹਿਲਾਂ ਹੀ ਕੈਦ ਸਨ। ਉਹ 52 ਜਿਹੜੇ ਰਾਜੇ ਸਨ, ਜਿਨ੍ਹਾਂ ਨੂੰ ਰਾਜਸੀ ਕੈਦੀ ਵੀ ਕਿਹਾ ਜਾਂਦਾ ਹੈ, ਉਹ ਕਿੱਥੋਂ ਦੇ ਸਨ, ਕਿਹੜੀ ਕਿਹੜੀ ਜਗ੍ਹਾ ਦੇ ਸਨ, ਜਿਨ੍ਹਾਂ ਨੂੰ ਗੁਰੂ ਸਾਹਿਬ ਨੇ ਬਾਅਦ ਦੇ ਵਿੱਚ ਛੁਡਾਇਆ ਵੀ ਹੈ? ਇਹ ਜੀ ਬਹੁਤੇ ਪਹਾੜੀ ਹਿੰਦੂ ਰਾਜਪੂਤ ਰਾਜੇ ਸੀ, ਜਿਨ੍ਹਾਂ ਨੂੰ ਬੜੇ ਚਿਰ ਤੋਂ ਕੈਦ ਕੀਤਾ ਹੈ ਗਵਾਲੀਅਰ ਦੇ ਕਿਲ੍ਹੇ ਦੇ ਵਿੱਚ। ਅਤੇ ਮਤਲਬ ਇਹਨਾਂ ਰਾਜਿਆਂ ਨੇ ਜ਼ਿੰਦਗੀ ਜਿਉਣ ਦੀ ਆਸ ਛੱਡਤੀ ਵੀ ਅਸੀਂ ਜਿਉਂਦੇ ਰਵਾਂਗੇ, ਖਤਮ ਹੋ ਗਈ ਇਹਨਾਂ ਦੀ ਆਸ। ਅਤੇ ਗੁਰੂ ਨਾਨਕ ਪਾਤਸ਼ਾਹ ਦੀ ਜੋਤ ਮੀਰੀ ਪੀਰੀ ਦੇ ਮਾਲਕ ਅੰਦਰ ਜਾਂਦੇ ਆ, ਔਰ ਉਹਨਾਂ ਨੂੰ ਜਾ ਕੇ ਹੌਸਲਾ ਦਿੰਦੇ ਆ ਕਿ ਜ਼ਿੰਦਗੀ, ਮੌਤ, ਜਨਮ ਇਹ ਕਿਸੇ ਦੇ ਦੂਜੇ ਦੇ ਹੱਥ 'ਚ ਨਹੀਂ, ਰੱਬ ਦੇ ਹੱਥ 'ਚ ਆ। ਅਕਾਲ ਪੁਰਖ ਦੇ ਭਰੋਸਾ ਰੱਖੋ, ਤੁਸੀਂ ਵੀ ਰਿਹਾ ਹੋਵੋਗੇ। ਫਿਰ ਜਦੋਂ ਸਾਈਂ ਮੀਆਂ ਮੀਰ ਦੇ ਰਾਹੀਂ ਗੱਲਬਾਤ ਚੱਲੀ ਗੁਰੂ ਸਾਹਿਬ ਦੀ ਰਿਹਾਈ ਦੀ, ਔਰ ਗੁਰੂ ਸਾਹਿਬ ਦੀ ਰਿਹਾਈ ਦੇ ਹੁਕਮ ਵੀ ਹੋ ਗਏ ਬਾਦਸ਼ਾਹ ਦੇ ਵੱਲੋਂ। ਅਤੇ ਜਦੋਂ ਗੁਰੂ ਸਾਹਿਬ ਨੇ ਬਾਹਰ ਨਿਕਲਣਾ ਸੀ, ਅਤੇ ਜਿਹੜੇ ਰਾਜੇ ਸੀ ਉਹ ਆਣ ਕੇ ਗੁਰੂ ਸਾਹਿਬ ਦੇ ਚਰਨੀ ਲੱਗੇ ਕਿ ਮਹਾਰਾਜ ਤੁਹਾਡੇ ਕਰਕੇ ਤੇ ਸਾਨੂੰ ਜ਼ਿੰਦਗੀ ਜਿਉਣ ਦੀ ਆਸ ਬੱਝੀ, ਹੁਣ ਤੁਸੀਂ ਇੱਥੋਂ ਬਾਹਰ ਚਲੇ ਜਾਓਗੇ ਅਤੇ ਸਾਡਾ ਵਾਲੀ ਵਾਰਸ ਕੌਣ? ਅਤੇ ਕਿਰਪਾ ਕਰਕੇ ਸਾਡੇ 'ਤੇ ਵੀ ਮਿਹਰ ਕਰੋ। ਫਿਰ ਗੁਰੂ ਸਾਹਿਬ ਨੇ ਆਖਿਆ ਕਿ ਅਸੀਂ ਬਾਹਰ ਤਾਂ ਜਾਵਾਂਗੇ, ਪਹਿਲਾਂ ਇਹਨਾਂ ਰਾਜਿਆਂ ਨੂੰ ਵੀ ਬਾਹਰ ਕੱਢੋ। ਔਰ ਬਾਦਸ਼ਾਹ ਦੇ ਉੱਤੇ ਦਬਾਅ ਹੈਗਾ ਸੀ। ਇੱਕ ਬਾਹਰ ਜਿਹੜੇ ਸਿੱਖ ਜਿਹੜੇ ਆ ਉਹ ਪੂਰੀ ਚੜ੍ਹਦੀ ਕਲਾ ਸੀ, ਔਰ ਉਹ ਰਾਜੇ ਨੂੰ ਡਰ ਸੀ ਵੀ ਹਾਲਾਤ ਵਿਗੜ ਸਕਦੇ ਆ। ਇਸ ਕਰਕੇ ਉਹਨੇ ਆਖਿਆ ਵੀ ਜਿਹੜੇ ਰਾਜੇ ਗੁਰੂ ਸਾਹਿਬ ਜੀ ਦਾ ਪੱਲਾ ਫੜ ਕੇ ਬਾਹਰ ਆ ਜਾਣ, ਉਹ ਰਿਹਾ ਕਰ ਦਾਂਗੇ ਆਪਾਂ। ਉਹਨੇ ਮਤਲਬ ਸਕੀਮ ਲਾਈ ਵੀ ਕਿੰਨੇ ਕੁ ਜਾਣੇ ਪੱਲਾ ਫੜ ਲੈਣਗੇ। ਫਿਰ ਗੁਰੂ ਸਾਹਿਬ ਜੀ ਨੇ 52 ਕਲੀਆਂ ਵਾਲਾ ਇੱਕ ਚੋਲਾ ਸਮਾਇਆ, ਔਰ ਇੱਕ ਇੱਕ ਕਲੀ ਜਿਹੜੀ ਫਿਰ ਇੱਕ ਇੱਕ ਰਾਜੇ ਨੇ ਫੜੀ। ਅਤੇ ਜਦੋਂ ਗੁਰੂ ਸਾਹਿਬ ਬਾਹਰ ਆਏ ਅਤੇ ਮਗਰੇ ਉਹ ਜਿਹੜੇ ਰਾਜੇ ਸੀ ਉਹ ਬਾਹਰ ਆ ਗਏ। ਉਸ ਦਿਨ ਤੋਂ ਗੁਰੂ ਸਾਹਿਬ ਜੀ ਦੇ ਨਾਮ ਦੇ ਨਾਲ ਬੰਦੀ ਛੋੜ ਦਾਤਾ ਲੱਗ ਗਿਆ ਕਿ ਗੁਰੂ ਸਾਹਿਬ ਬੰਧਨਾਂ ਦੇ ਵਿੱਚੋਂ ਕੱਢਣ ਵਾਲੇ ਆ, ਗੁਰੂ ਸਾਹਿਬ ਆਜ਼ਾਦੀ ਦੇਣ ਵਾਲੇ ਆ। ਸਤਿਗੁਰ ਬੰਦੀ ਛੋੜ ਹੈ, ਸਤਿਗੁਰ ਬੰਦੀ, ਹਾਂ ਭਾਈ ਗੁਰਦਾਸ ਜੀ ਨੇ ਆਖਿਆ ਸਤਿਗੁਰ ਬੰਦੀ ਛੋੜ ਹੈ, ਜੀਵਨ ਮੁਕਤ ਕਰੈ ਉਡੀਣਾ। ਤੋ ਗੁਰੂ ਸਾਹਿਬ ਜੀ ਦਾ ਪੱਲਾ ਫੜ ਕੇ ਉਹ ਸਾਰੇ ਬਾਹਰ ਆਏ,
ਔਰ ਇਹ ਚੇਤੇ 'ਚ ਰੱਖਣਾ ਵੀ ਇਹ ਉਹੋ ਹੀ ਹਿੰਦੂ ਪਹਾੜੀ ਰਾਜੇ ਆ ਜਿਨ੍ਹਾਂ ਦੇ ਗਾਂ ਪੋਤਰੇ ਜਾਂ ਪੁੱਤਰ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ 14 ਕੁ ਜੰਗ ਲੜਦੇ ਆ, ਜਿਹੜੇ ਪਹਾੜੀ ਰਾਜੇ ਲੜਦੇ ਆ। ਬਿਲਕੁਲ, ਇਹ ਵੀ ਗੱਲ ਵਿਚਾਰਨ ਵਾਲੀ ਹੈ ਕਿ 52 ਪਹਾੜੀ ਰਾਜਿਆਂ ਨੂੰ ਗੁਰੂ ਸਾਹਿਬ ਨੇ ਕੈਦ ਦੇ ਵਿੱਚੋਂ ਰਿਹਾ ਕਰਾ ਦਿੱਤਾ। ਉਹ 52 ਬਾਅਦ ਦੇ ਵਿੱਚ ਗੁਰੂ ਸਾਹਿਬ ਦੇ ਸਿੱਖ ਬਣੇ, ਉਹ ਕਿੱਧਰ ਨੂੰ ਗਏ, ਉਹਨਾਂ ਦਾ ਬਾਅਦ ਦੇ ਵਿੱਚ ਜੀਵਨ ਕਿਹੋ ਜਿਹਾ ਰਿਹਾ? ਕੁਛ ਤੇ ਗੁਰੂ ਘਰ ਨਾਲ ਜੁੜੇ ਰਹੇ, ਪਰ ਬਹੁਤੇ ਜਿਹੜੇ ਸੀ ਉਹ ਆਪਣੀ ਰਾਜਸੀ ਤਾਕਤ 'ਚ ਫਿਰ ਪਏ, ਔਰ ਉਹਨਾਂ ਦੇ ਜਿਹੜੇ ਵੰਸ਼ਜ ਸੀ ਉਹਨਾਂ ਦੇ ਵਿੱਚੋਂ ਕੁਛ ਨੂੰ ਛੱਡ ਕੇ ਬਹੁਤਿਆਂ ਨੇ ਫਿਰ ਗੁਰੂ ਘਰਾਂ ਦੇ ਨਾਲ ਝਗੜੇ ਕੀਤੇ। ਪਰ ਗੁਰੂ ਸਾਹਿਬ ਦਾ ਦਰ ਘਰ ਜਿਹੜਾ ਉਹ ਤੇ ਪਰਉਪਕਾਰ ਵੀ ਕਰਦਾ ਹੈ, ਸੇਵਾ ਵੀ ਕਰਦਾ ਹੈ। ਗੁਰੂ ਹਰਗੋਬਿੰਦ ਸਾਹਿਬ ਦੇ ਬਾਰੇ ਤੇ ਇਹੋ ਹੀ ਕਿਹਾ ਜਾਂਦਾ ਨਾ, ਦਲ ਭੰਜਨ ਗੁਰ ਸੂਰਮਾ ਵੱਡ ਯੋਧਾ ਬਹੁ ਪਰਉਪਕਾਰੀ। ਉਹਨਾਂ ਦੇ ਪਰਉਪਕਾਰ ਕਰਤਾ। ਬਾਅਦ ਵਿੱਚ ਇਹ ਪਹਾੜੀ ਰਾਜਿਆਂ ਦੇ ਕੁਝ ਵੰਸ਼ਜ ਗੁਰੂ ਸਾਹਿਬ 10ਵੇਂ ਪਾਤਸ਼ਾਹ ਦੇ ਨਾਲ ਜੰਗ ਵੀ ਕਰਦੇ ਆ, ਪਰ ਗੁਰੂ ਸਾਹਿਬ ਨੇ ਇਹਨਾਂ ਨੂੰ ਮੁਕਤ ਕੀਤਾ, ਗੁਰੂ ਸਾਹਿਬ ਨੇ ਇਹਨਾਂ ਨੂੰ ਆਜ਼ਾਦੀ ਦਿਵਾ ਦਿੱਤੀ। ਇੱਥੇ ਇੱਕ ਸਵਾਲ ਹੋਰ ਵੀ ਉੱਠਦਾ ਹੈ ਕਿ ਜਦੋਂ ਬੰਦੇ ਦੇ ਕੋਲੋਂ ਸਭ ਕੁਝ ਖੁੱਸ ਜਾਂਦਾ ਉਸ ਸਮੇਂ ਉਸ ਨੂੰ ਗੁਰੂ ਚੇਤੇ ਆਉਂਦਾ ਹੈ, ਜਦੋਂ ਫਿਰ ਕੁਝ ਨਾ ਕੁਝ ਮਿਲ ਜੇ, ਰਾਜਸੀ ਤਾਕਤ ਹਾਸਲ ਹੋ ਜੇ, ਉਹ ਫਿਰ ਰੱਬ ਨੂੰ ਭੁਲਾ ਦਿੰਦਾ ਹੈ, ਉਹ ਆਪਣੇ ਆਪ ਨੂੰ ਹੀ ਸਭ ਕੁਝ ਜਾਣਨਾ ਸ਼ੁਰੂ ਕਰ ਦਿੰਦਾ ਹੈ। ਇਹ ਜਿਹੜੇ ਹਿੰਦੂ ਪਹਾੜੀ ਰਾਜੇ ਇਹਨਾਂ ਦੇ ਵੰਸ਼ਜ ਅੱਜ ਵੀ ਰਾਜ ਕਰ ਰਹੇ ਇੱਥੇ, ਇਹਨਾਂ ਦੀ ਫਿਤਰਤ ਆ, ਇਹਨਾਂ ਦਾ ਸੁਭਾਅ ਆ। ਉਦੋਂ ਵੀ ਜਦੋਂ ਲੋੜ ਹੀ ਤੇ ਗੁਰੂ ਸਾਹਿਬ ਦੇ ਕੋਲ ਗਏ, ਗੁਰੂ ਸਾਹਿਬ ਨੇ ਰਿਆ ਕਰਾਤੇ। ਜਦੋਂ ਤਾਕਤ ਆ ਗਈ ਇਹਨਾਂ ਨੇ ਸਾਡੇ ਨਾਲ ਝਗੜੇ ਕੀਤੇ। ਇੱਥੋਂ ਤੱਕ ਕਿ ਬਾਬਾ ਬੰਦਾ ਸਿੰਘ ਬਹਾਦਰ ਦੇ ਸਮੇਂ ਕੋਈ ਸਾਡੀ ਲੜਾਈ ਨਹੀਂ ਇਹਨਾਂ ਨਾਲ, ਪਰ ਬਾਬਾ ਬੰਦਾ ਸਿੰਘ ਬਹਾਦਰ ਨੂੰ ਗ੍ਰਿਫਤਾਰ ਕਰਨ ਦੇ ਵਾਸਤੇ ਇਹ ਪੂਰਾ ਸਾਥ ਦਿੰਦੇ ਆ ਦਿੱਲੀ ਦੀ ਹਕੂਮਤ ਦਾ। ਉਹਦੇ ਤੋਂ ਬਾਅਦ ਜਦੋਂ ਸਾਡੇ ਤੇ ਹੋਰ ਸਖਤੀ ਦਾ ਦੌਰ ਚੱਲਦਾ ਤੇ ਲਖਪਤ ਰਾਏ ਤੇ ਜਸਪਤ ਰਾਏ ਖੱਤਰੀ ਉਹ ਇਹਨਾਂ ਦੇ ਵਿੱਚੋਂ ਹੀ ਆ। ਉਹ ਵੀ ਕਹਿੰਦੇ ਵੀ ਅਸੀਂ ਕੋਈ ਪੱਗ ਵਾਲਾ ਛੱਡਣਾ ਹੀ ਨਹੀਂ ਹੈਗਾ। ਫਿਰ ਜਦੋਂ ਗੁਲਾਮੀ ਦੀਆਂ ਜੰਜੀਰਾਂ ਅੰਗਰੇਜ਼ਾਂ ਦੇ ਵੇਲੇ ਪੈਂਦੀਆਂ ਤੇ ਸਿੱਖ ਸ਼ਹੀਦੀਆਂ ਦਿੰਦੇ, ਕਹਿੰਦੇ ਤੁਹਾਡੇ ਤੋਂ ਬਿਨਾਂ ਆਜ਼ਾਦੀ ਨਹੀਂ ਆ ਸਕਦੀ। ਪਰ ਲੋਕਾਂ ਦੇ ਵਿੱਚ ਤਾਂ ਆਮ ਇਹੀ ਪ੍ਰਚਲਿਤ ਹੈ ਕਿ ਗੁਰੂ ਸਾਹਿਬ ਦੀਆਂ ਜੇਕਰ 10ਵੇਂ ਪਾਤਸ਼ਾਹ ਦੀਆਂ ਜੰਗਾਂ ਹੁੰਦੀਆਂ ਨੇ ਤਾਂ ਉਹ ਔਰੰਗਜ਼ੇਬ ਵੱਲੋਂ ਭੇਜੀ ਹੋਈ ਫੌਜ, ਵਜ਼ੀਰ ਖਾਨ ਦੀ ਜਿਹੜੀ ਫੌਜ ਉਸ ਦੇ ਨਾਲ ਹੁੰਦੀ ਹੈ, ਜਾਂ ਬਾਬਾ ਬੰਦਾ ਸਿੰਘ ਬਹਾਦਰ ਦੇ ਉੱਪਰ ਜ਼ੁਲਮ ਢਾਉਂਦੇ ਨੇ ਤਾਂ ਉਹ ਬਾਦਸ਼ਾਹ ਫਰਖਸ਼ੀਰ ਨੇ ਢਾਏ, ਜਾਂ ਹੋਰ ਜਿਹੜੇ ਮੁਸਲਮਾਨ ਜਿਹੜੇ ਰਾਜੇ ਮਹਾਰਾਜੇ ਸੀ ਉਹਨਾਂ ਨੇ ਸਮੇਂ-ਸਮੇਂ 'ਤੇ ਸਿੱਖਾਂ ਦੇ ਉੱਪਰ ਜ਼ੁਲਮ ਢਾਏ। ਦੇਖੋ ਜੀ, ਉਹਨਾਂ ਵੀ ਢਾਏ ਜ਼ੁਲਮ, ਇਹ ਤੋਂ ਕੋਈ ਮੁੱਕਰ ਨਹੀਂ ਸਕਦਾ, ਪਰ ਉਹਨਾਂ ਦਾ ਸਾਥ ਇਹਨਾਂ ਨੇ ਫੁੱਲ ਦਿੱਤਾ। ਕੋਈ ਗੁਰੂ ਸਾਹਿਬ ਨੇ 16 ਜੰਗਾਂ ਲੜੀਆਂ ਮੰਨਿਆ ਜਾਂਦਾ, 14 ਜੰਗਾਂ ਤਾਂ ਨਰੋਲ ਪਹਾੜੀ ਰਾਜਿਆਂ ਨਾਲ ਵੀ ਹੋ ਗਈਆਂ, ਔਰ ਇਹ ਵਾਰ-ਵਾਰ ਹਮਲੇ ਕਰਦੇ। ਇਹਨਾਂ ਨੂੰ ਰਣਜੀਤ ਨਗਾਰਾ ਜਦੋਂ ਖੜਕਦਾ ਹੈ ਅਨੰਦਪੁਰ ਸਾਹਿਬ, ਇਹਨਾਂ ਨੂੰ ਕੰਬੜੀ ਛਿੱਟਦੇ ਵੀ ਕਾਹਤੋਂ ਇਹ ਖੜਕ ਰਿਹਾ, ਜਦੋਂ ਕਿ ਇਹਨਾਂ ਨਾਲ ਕੋਈ ਦੁਸ਼ਮਣੀ ਨਹੀਂ ਹੈਗੀ। ਇਹ ਤਾਂ ਆਪ ਗੁਲਾਮ ਹੀ ਦਿੱਲੀ ਦੇ ਤਖਤ ਦੇ, ਔਰ ਇਹਨਾਂ ਨੂੰ ਫਾਇਦਾ ਸੀ ਵੀ ਜੇ ਗੁਲਾਮੀ ਦੀਆਂ ਅਸੀਂ ਜੰਜੀਰਾਂ ਛੱਡ ਜਾਈਏ, ਪਰ ਇਹ ਨਾਲ ਮਾਨਸਿਕ ਗੁਲਾਮ ਵੀ ਹੋ ਗਏ। ਔਰ ਇਹਨਾਂ ਦਾ ਸੁਭਾਅ ਅਜੇ ਵੀ ਨਹੀਂ ਬਦਲਿਆ, ਹੁਣ ਵੀ ਇਹਨਾਂ ਦੇ ਕੋਲ ਰਾਜ ਸੱਤਾ ਵਾ ਤੇ ਸਾਡੇ ਬੰਦਿਆਂ ਨੂੰ ਇਹਨਾਂ ਨੇ ਬੜੇ ਲੰਮੇ ਸਮੇਂ ਤੋਂ ਜੇਲ੍ਹਾਂ ਦੇ ਵਿੱਚ ਪਾਇਆ ਹੋਇਆ, ਕੈਦ ਦੇ ਵਿੱਚ ਪਾਇਆ ਹੋਇਆ। ਇਹ ਤਾਂ ਗੁਰੂ ਸਾਹਿਬ ਹੀ ਕਿਰਪਾ ਕਰਨਗੇ ਵੀ ਜਿੱਦਾਂ ਸੱਚੇ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਨੇ ਉਹ 52 ਰਾਜੇ ਛਡਾਤੇ ਸੀ, ਤੇ ਸਾਡੇ ਜਿਹੜੇ ਅੰਦਰ ਸਿੱਖ ਕੈਦੀ ਆ ਉਹ ਵੀ ਬਾਹਰ ਆ ਜਾਣਗੇ, ਉਹ ਵੀ ਬੰਧਨਾਂ ਤੋਂ ਮੁਕਤ ਹੋਣਗੇ। ਮਤਲਬ ਕਿ ਬੰਦੀ ਛੋੜ ਦਿਵਸ ਦੇ ਨਾਲ ਸੰਬੰਧ ਫਿਰ ਸਾਡਾ ਕਿਵੇਂ ਜੁੜਦਾ ਹੈ? ਗੁਰੂ ਹਰਗੋਬਿੰਦ ਸਾਹਿਬ ਮਹਾਰਾਜ 52 ਰਾਜਸੀ ਕੈਦੀਆਂ ਨੂੰ ਛੁਡਾਉਂਦੇ ਨੇ, ਫਿਰ ਪੰਜਾਬ ਪਹੁੰਚਦੇ ਨੇ, ਅਕਾਲ ਤਖਤ ਸਾਹਿਬ ਤੇ ਪਹੁੰਚਦੇ ਨੇ, ਕਿੱਥੇ ਪਹੁੰਚਦੇ ਨੇ, ਕਿਵੇਂ ਇਸ ਦਾ ਸੰਬੰਧ ਜਿਹੜਾ ਹੈ ਇਸ ਦਿਨ ਦਾ ਸਿੱਖ ਧਰਮ ਦੇ ਨਾਲ ਮੰਨਿਆ ਜਾਂਦਾ ਹੈ ਵੀ ਗੁਰੂ ਸਾਹਿਬ ਜਿਹੜੇ ਉਹ ਰਿਹਾ ਹੋ ਕੇ ਅੰਮ੍ਰਿਤਸਰ ਸਾਹਿਬ ਆਏ, ਔਰ ਸੁਭਾਵਿਕ ਹੀ ਵੀ ਗੁਰੂ ਆਇਆ ਤੇ ਸਿੱਖਾਂ ਨੇ ਖੁਸ਼ੀ ਦੇ ਕਰਨੀ ਹੈ ਨਾ, ਤੇ ਉਹ ਸਾਡਾ ਇੱਕ ਪੰਜਾਬ ਦਾ ਕਲਚਰ ਵੀ ਆ, ਸੱਭਿਆਚਾਰ ਵੀ ਜਦੋਂ ਕੋਈ ਸਾਡੇ ਆਉਂਦਾ ਤੇ ਅਸੀਂ ਦੀਵੇ ਬਾਲ ਕੇ ਵੀ ਸਵਾਗਤ ਕਰਦੇ ਉਹਦਾ। ਫਿਰ ਸਿੱਖ ਸੰਗਤਾਂ ਨੇ ਦੀਵੇ ਬਾਲ ਕੇ ਦੇਸੀ ਘਿਓ ਦੇ, ਇਹ ਸਿੱਖ ਦੀ ਸ਼ਰਧਾ ਵਾ, ਉਹਨਾਂ ਨੇ ਅੰਮ੍ਰਿਤਸਰ ਗੁਰੂ ਸਾਹਿਬ ਦਾ ਸਵਾਗਤ ਕੀਤਾ। ਔਰ ਸੁਭਾਵਿਕ ਉਦੋਂ ਦਿਨ ਵੀ ਦੀਵਾਲੀ ਵਾਲਾ ਹੈ, ਤੇ ਗੁਰੂ ਸਾਹਿਬ ਦਾ ਦੀਵੇ ਬਾਲ ਕੇ ਸਵਾਗਤ ਕੀਤਾ। ਦੀਵੇ ਬਾਲੇ ਗਏ ਗੁਰੂ ਦੇ ਸਵਾਗਤ ਦੇ ਵਿੱਚ, ਦੀਪਮਾਲਾ ਹੀ, ਔਰ ਉਹ ਦੀਵਾਲੀ ਦਾ ਦਿਨ ਹੀ, ਉਦੋਂ ਹੀ ਗੁਰੂ ਸਾਹਿਬ ਆਏ। ਇਹ ਕਰਕੇ ਉਸ ਦਿਨ ਨੂੰ ਬੰਦੀ ਛੋੜ ਦਿਹਾੜਾ ਕਿਹਾ ਜਾਣ ਲੱਗਾ। ਕਿਤੇ ਨਾ ਕਿਤੇ ਚਰਚਾ ਇਸ ਗੱਲ ਦੀ ਵੀ ਚੱਲਦੀ ਹੈ ਕਿ ਗੁਰੂ ਸਾਹਿਬ ਜਦੋਂ ਆਏ ਉਸ ਸਮੇਂ ਦੀਵਾਲੀ ਦਾ ਦਿਨ ਨਹੀਂ ਸੀ, ਇਸ ਬਾਰੇ ਕੀ ਕਹੋਗੇ? ਦੇਖੋ, ਜਿਹੜੀਆਂ ਰਵਾਇਤਾਂ ਹੁੰਦੀਆਂ ਜਾਂ ਸੀਨਾ ਬਸੀਨਾ ਜਾਂ ਜਿਹੜੀਆਂ ਪਰੰਪਰਾਵਾਂ ਹੁੰਦੀਆਂ ਉਹ ਸੱਚਾਈ ਤੇ ਜ਼ਿਆਦਾ ਨੇੜੇ ਹੁੰਦੀਆਂ। ਇਹ ਜਿਹੜੀ ਸਾਡੀ ਪਰੰਪਰਾ ਜਾਂ ਜਿਹੜੀ ਸਾਡੀ ਰਵਾਇਤ ਆ, ਇਹ ਸਾਡੀ ਜਿੰਦ ਜਾਨ ਆ, ਇਹੋ ਹੀ ਸਾਡੀ ਰੂਹ ਆ। ਉਹ ਸਾਡੀਆਂ ਰਵਾਇਤਾਂ ਕਹਿੰਦੀਆਂ ਕਿ ਉਦਣ ਦੀਵਾਲੀ ਦਾ ਦਿਨ ਵੀ ਹੈਗਾ ਹੈ, ਜਿਸ ਦਿਨ ਗੁਰੂ ਸਾਹਿਬ ਅੰਮ੍ਰਿਤਸਰ ਪਹੁੰਚਦੇ ਆ। ਬੰਦੀ ਛੋੜ ਬੰਧਨਾਂ ਦੇ ਵਿੱਚੋਂ ਰਾਜਿਆਂ ਨੂੰ ਛੁਡਾ ਕੇ ਆਏ, ਗੁਰੂ ਸਾਹਿਬ ਆਪ ਕੈਦ 'ਚੋਂ ਆਏ। ਇਹ ਕਰਕੇ ਉਸ ਦਿਨ ਸਿੱਖਾਂ ਨੇ ਬੜੀ ਖੁਸ਼ੀ ਕੀਤੀ, ਤੇ ਉਹ ਜੋ ਸਾਡੀਆਂ ਰਵਾਇਤਾਂ ਕਹਿੰਦੀਆਂ ਉਹੀ ਸੱਚ ਆ, ਔਰ ਉਹੀ ਸੱਚ ਅਸੀਂ ਮੰਨਾਂਗੇ। ਅੱਜ ਸਿੱਖਾਂ ਨੂੰ ਕਿਸ ਢੰਗ ਦੇ ਨਾਲ ਇਹ ਦਿਵਸ ਮਨਾਇਆ ਜਾਣਾ ਚਾਹੀਦਾ? ਕਿਉਂਕਿ ਉਸੇ ਦਿਨ ਦੀਵਾਲੀ ਹੈ, ਉਸੇ ਦਿਨ ਬੰਦੀ ਛੋੜ ਦਿਵਸ ਹੈ। ਬੰਦੀ ਛੋੜ ਦਿਵਸ ਤੇ ਦੀਵਾਲੀ ਦੇ ਵਿੱਚ ਕਿੰਨਾ ਕੁ ਫਰਕ ਸਮਝਦੇ ਹੋ ਤੁਸੀਂ? ਤੁਹਾਨੂੰ ਕਿੰਨਾ ਕੁ ਅੰਤਰ ਲੱਗਦਾ ਇਸ ਦੇ ਵਿੱਚ? ਦੇਖੋ ਜੀ, ਕੋਈ ਸਾਡੀ ਵੈਸੇ ਦੀਵਾਲੀ ਨਾਲ ਤੇ ਕੋਈ ਬਾਹਲੀ ਸਾਂਝ ਨਹੀਂ ਬਣਦੀ। ਇੰਨਾ ਕੁ ਜ਼ਰੂਰ ਆ ਵੀ ਜਦੋਂ ਸਾਡੇ ਸਿੱਖ ਜੰਗਲਾਂ 'ਚ ਹੁੰਦੇ
ਤੇ ਉਹਨਾਂ ਦੇ ਕੋਲ ਕੋਈ ਕੈਲੰਡਰ ਤੇ ਹੁੰਦਾ ਨਹੀਂ। ਜੰਗਲਾਂ 'ਚ ਹੀ ਜ਼ਿੰਦਗੀ ਤੇ ਮੌਤ ਸਿਰ ਤੇ ਹਮੇਸ਼ਾ ਜ਼ਿੰਦਗੀ ਦੇ ਉੱਤੇ। ਉਹ ਵੇਲੇ 2 ਦਿਨ ਜਿਹੜੇ ਆ ਉਹ ਬੜੇ ਹੁੰਦੇ ਸੀ ਵੀ ਉਹ ਸਮਝੇ ਜਾ ਸਕਦੇ ਛੇਤੀ ਵੀ ਆਏ। ਇੱਕ ਤੇ ਵਿਸਾਖੀ, ਉਦੋਂ ਕਣਕਾਂ ਪੱਕ ਜਾਂਦੀਆਂ, ਪਤਾ ਲੱਗ ਜਾਂਦਾ ਵਿਸਾਖੀ ਆ ਜਾਂਦੀ। ਉਦੋਂ ਵੀ ਸਿੱਖ ਇਕੱਠ ਕਰਦੇ ਸੀ ਦਰਬਾਰ ਸਾਹਿਬ ਜਾਂ ਅਕਾਲ ਤਖਤ ਸਾਹਿਬ, ਪਤਾ ਲੱਗ ਜਾਂਦਾ ਹੈ ਕਣਕਾਂ ਪੱਕ ਗਈਆਂ। ਇੱਕ ਦੀਵਾਲੀ ਹਿੰਦੁਸਤਾਨ ਦਾ ਇੱਕ ਵੱਡਾ ਤਿਉਹਾਰ ਹੈ, ਵੱਡੇ ਪੱਧਰ 'ਤੇ ਲੋਕ ਮਨਾਉਂਦੇ, ਅਤੇ ਦੀਵਾਲੀ ਤੋਂ ਪਹਿਲਾਂ ਹੀ ਤਿਆਰੀਆਂ ਸ਼ੁਰੂ ਹੋ ਜਾਂਦੀਆਂ। ਇਹ ਕਰਕੇ ਜੰਗਲਾਂ ਦੇ ਵਿੱਚ ਰਹਿੰਦੇ ਸਿੱਖਾਂ ਨੂੰ ਪਤਾ ਲੱਗ ਜਾਂਦਾ ਸੀ ਵੀ ਦੀਵਾਲੀ ਆਉਣ ਲੱਗ ਪਈ। ਉਹ ਉਸ ਦਿਨ ਨੂੰ ਅਹਿਮ ਰੱਖ ਕੇ ਉਹਨਾਂ ਨੂੰ ਪਤਾ ਲੱਗ ਜਾਂਦਾ ਸੀ ਜਦੋਂ, ਅਤੇ ਉਹ ਫਿਰ ਅੰਮ੍ਰਿਤਸਰ ਸਾਹਿਬ ਪਹੁੰਚ ਜਾਂਦੇ ਅਤੇ ਮਨਾਇਆ ਉੱਥੇ ਬੰਦੀ ਛੋੜ ਹੀ ਜਾਂਦਾ, ਕਿਉਂਕਿ ਸਿੱਖ ਕੋਈ ਲక్ష్ਮੀ ਦੀ ਪੂਜਾ ਨਹੀਂ ਕਰਦਾ। ਦੀਵਾਲੀ ਵਾਲੇ ਦਿਨ ਜਿਹੜਾ ਗੁਰੂ ਦਾ ਸਿੱਖ ਆ ਉਹ ਕੋਈ ਲక్ష్ਮੀ ਦੀ ਪੂਜਾ ਨਹੀਂ ਕਰਦਾ, ਉਹ ਤਾਂ ਅਕਾਲ ਪੁਰਖ ਨੂੰ ਪੂਜਦਾ ਔਰ ਆਪਣੇ ਤਰੀਕੇ ਦੇ ਨਾਲ ਮੀਰੀ ਪੀਰੀ ਦੇ ਮਾਲਕ ਨੂੰ ਯਾਦ ਕਰਦਾ, ਔਰ ਉਹ ਅਰਦਾਸ ਕਰਦਾ ਵੀ ਸੱਚੇ ਪਾਤਸ਼ਾਹ ਜਿਵੇਂ ਉਹਨਾਂ ਨੂੰ ਤੁਸੀਂ ਯਾਦ ਕਰਵਾਇਆ, ਸਾਨੂੰ ਵੀ ਵਿਕਾਰਾਂ ਤੋਂ ਅਤੇ ਬੰਧਨਾਂ ਤੋਂ ਮੁਕਤ ਕਰਾਓ। ਤਾਂ ਦੀਵਾਲੀ ਇੱਕ ਉਹਨਾਂ ਦਾ ਵੱਖਰਾ ਕਨਸੈਪਟ ਆ, ਬੰਦੀ ਛੋੜ ਇੱਕ ਵੱਖਰਾ ਵਿਸ਼ਾ ਵਾ, ਔਰ ਸਿੱਖ ਬੰਦੀ ਛੋੜ ਮਨਾਉਂਦਾ, ਗੁਰੂ ਨੂੰ ਯਾਦ ਕਰਦਾ, ਨਾ ਕਿ ਸਿੱਖ ਉਦਣ ਮੰਦਿਰਾਂ 'ਚ ਜਾਂਦਾ, ਨਾ ਲక్ష్ਮੀ ਨੂੰ ਪੂਜਦਾ, ਨਾ ਲక్ష్ਮੀ ਨੂੰ ਮੰਨਦਾ, ਨਾ ਉਹਦੇ 'ਚ ਇਹ ਹੈਗਾ ਵੀ ਲక్ష్ਮੀ ਨੂੰ ਮੰਨਾਂਗੇ ਤਾਂ ਅੱਜ ਮਾਇਆ ਆ ਜਾਣੀ ਆ। ਉਹ ਤਾਂ ਆਪਣੇ ਗੁਰੂ ਦੇ ਕੋਲੋਂ ਸਿੱਖੀ ਦਾ ਜੀਵਨ ਮੰਗਦਾ ਉਸ ਦਿਨ। ਇਤਿਹਾਸ ਦੇ ਵਿੱਚ ਦੀਵਾਲੀ ਨਾਲ ਜੁੜੀਆਂ ਹੋਈਆਂ ਬਹੁਤ ਸਾਰੀਆਂ ਘਟਨਾਵਾਂ ਆਉਂਦੀਆਂ ਨੇ। ਜਦੋਂ ਸਿੱਖਾਂ ਨੇ ਵੱਡੇ ਸਮਾਗਮ ਕੀਤੇ ਜਾਂ ਸਿੱਖਾਂ ਦੇ ਵੱਲੋਂ ਸਰਬੱਤ ਖਾਲਸਾ ਸੱਦਿਆ ਗਿਆ, ਕਿਹੜੀਆਂ ਘਟਨਾਵਾਂ ਸਨ? ਮੈਂ ਚਾਹੁੰਦਾ ਕਿ ਉਹ ਵੀ ਸੰਗਤ ਨੂੰ ਜ਼ਰੂਰ ਪਤਾ ਲੱਗਣ, ਦਰਸ਼ਕਾਂ ਨੂੰ ਜ਼ਰੂਰ ਪਤਾ ਲੱਗੇ। ਇੱਕ ਤਾਂ ਵੇਖੋ, ਭਾਈ ਸਾਹਿਬ ਭਾਈ ਮਨੀ ਸਿੰਘ ਜੀ ਨੇ ਸੰਨ 1734 ਦੇ ਵਿੱਚ ਇਹ ਕੋਸ਼ਿਸ਼ ਕੀਤੀ ਕਿ ਸਿੱਖ ਜਿਹੜੇ ਆ ਉਹ ਇਕੱਠੇ ਹੋਣ, ਕਿਉਂਕਿ ਦੀਵਾਲੀ ਦਾ ਮੈਂ ਤੁਹਾਨੂੰ ਜਿਵੇਂ ਦੱਸਿਆ ਵੀ ਉਦੋਂ ਇਕੱਠ ਕਰਨ ਦਾ ਇਹ ਹੁੰਦਾ ਵੀ ਸਭ ਨੂੰ ਪਤਾ ਲੱਗ ਜਾਂਦਾ ਹੈ। ਉਦੋਂ ਫਿਰ ਉਹਨਾਂ ਨੇ ਹਕੂਮਤ ਦੇ ਨਾਲ ਜ਼ਕਰੀਆ ਖਾਨ ਨਾਲ ਗੱਲ ਕੀਤੀ, ਲਾਹੌਰ ਵਾਲੇ ਨਾਲ। ਜ਼ਕਰੀਆ ਖਾਨ ਨੇ 10,000 ਮੋਹਰਾਂ ਦੀ ਗੱਲ ਕੀਤੀ ਵੀ ਸਾਨੂੰ ਦਿਓ ਅਤੇ ਤੁਸੀਂ ਕਰ ਸਕਦੇ ਹੋ। ਅਤੇ ਭਾਈ ਮਨੀ ਸਿੰਘ ਜੀ ਮੰਨ ਕੇ ਵੀ ਸੰਗਤ ਆਊਗੀ ਅਤੇ ਪੈਸੇ ਦੀ ਤਾਂ ਕੋਈ ਕਮੀ ਨਹੀਂ ਰਹਿਣੀ ਹੈਗੀ। ਪਰ ਜਿਹੜਾ ਹੈਗਾ ਸੀ ਲਖਪਤ ਰਾਏ ਨੇ ਉਹਨੂੰ ਜ਼ਕਰੀਆ ਖਾਨ ਨੂੰ ਸਲਾਹ ਦਿੱਤੀ ਵੀ ਇਹ ਰੋਜ਼ ਆਪਾਂ ਕੱਲਾ ਲੱਭ ਕੇ ਮਾਰਦੇ ਹਾਂ ਸਿੱਖ, ਇਕੱਠੇ ਹੋਣਗੇ ਤਾਂ ਕੰਮ ਨਿਬੇੜੀਏ ਇਹਨਾਂ ਦਾ। ਇਹ ਕਰਕੇ ਲਖਪਤ ਰਾਏ ਅਤੇ ਜਿਹੜਾ ਜਸਪਤ ਰਾਏ, ਦੋਵੇਂ ਭਰਾ, ਇਹਨਾਂ ਨੇ ਪੂਰੀ ਪਲੈਨਿੰਗ ਬਣਾ ਲਈ ਵੀ ਰਾਹ ਦੇ ਵਿੱਚ ਇਹਨਾਂ ਫੌਜੀ ਦਸਤੇ ਲਾਤੇ, ਜਦੋਂ ਸਿੱਖ ਹੋਣ ਕੁਛ ਰਾਹ 'ਚ ਮਾਰ ਜਾਓ, ਕੁਝ ਇੱਥੇ ਮਾਰ ਦਾਂਗੇ। ਇਹ ਗੱਲ ਦੀ ਜਿਹੜੀ ਗੱਲ ਭਾਈ ਮਨੀ ਸਿੰਘ ਦੇ ਕੋਲ ਜਾਣਕਾਰੀ ਪਹੁੰਚ ਗਈ, ਅਤੇ ਭਾਈ ਮਨੀ ਸਿੰਘ ਨੇ ਫਿਰ ਸੁਨੇਹਾ ਲਾਏ ਭਈ ਤੁਸੀਂ ਨਾ ਆਇਓ। ਥੋੜ੍ਹੇ ਬਹੁਤੇ ਸਿੱਖ ਪਹੁੰਚੇ, ਕਈ ਰਾਹ 'ਚ ਸ਼ਹੀਦ ਵੀ ਹੋ ਗਏ, ਬਹੁਤੇ ਨਹੀਂ ਪਹੁੰਚ ਸਕੇ। ਅਤੇ ਜਦੋਂ ਦਿਨ ਲੰਘ ਗਿਆ ਅਤੇ ਜ਼ਕਰੀਆ ਖਾਨ ਨੇ ਭਾਈ ਮਨੀ ਸਿੰਘ ਹੁਣਾਂ ਨੂੰ ਕਿਹਾ ਵੀ ਦਿਓ ਸਾਨੂੰ, ਸ਼ਰਤ ਦੇ ਮੁਤਾਬਕ ਇੰਨੇ ਪੈਸੇ ਤੁਸੀਂ ਸਾਨੂੰ ਦਿਓ। ਭਾਈ ਮਨੀ ਸਿੰਘ ਹੁਣਾਂ ਨੇ ਆਖਿਆ ਵੀ ਇਕੱਠ ਤੇ ਹੋਇਆ ਨਹੀਂ ਅਤੇ ਕਾਹਦੇ ਤੁਸੀਂ ਪੈਸੇ ਮੰਗਦੇ ਹੋ? ਉਹ ਕਹਿੰਦੇ ਸਾਨੂੰ ਨਹੀਂ ਪਤਾ ਸ਼ਰਤ ਦੇ ਮੁਤਾਬਕ ਹੋਣਾ। ਸੰਗਤਾਂ ਨੇ ਕਿਹਾ ਭਾਈ ਮਨੀ ਸਿੰਘ ਨੂੰ ਪੈਸੇ ਦੇ ਦਈਏ। ਭਾਈ ਮਨੀ ਸਿੰਘ ਜੀ ਕਹਿੰਦੇ ਗੱਲ ਇਹ ਨਹੀਂ, ਪਰ ਇਹਨਾਂ ਦਾ ਮੂੰਹ ਪੈ ਜਾਊਗਾ ਅਤੇ ਗੁਰਦੁਆਰੇ ਲੁੱਟਣੇ ਸ਼ੁਰੂ ਕਰ ਦੇਣਗੇ ਵੀ ਪੈਸੇ ਦੇ ਦਿੰਦੇ ਆ। ਭਾਈ ਮਨੀ ਸਿੰਘ ਜੀ ਮੰਨੇ ਨਹੀਂ, ਫਿਰ ਉਹਨਾਂ ਨੂੰ ਕੈਦ ਕੀਤਾ ਗਿਆ ਔਰ ਉਹਦੇ ਤੋਂ ਬਾਅਦ ਲਾਹੌਰ ਦੀ ਧਰਤੀ 'ਤੇ ਉਹਨਾਂ ਨੂੰ ਬੰਦ ਕੱਟ ਕੇ ਸ਼ਹੀਦ ਕਰਤਾ, ਪਰ ਉਹਨਾਂ ਨੇ ਸੀ ਨਹੀਂ ਕੀਤੀ। ਇਹਦਾ ਜਿਹੜਾ ਹੈਗਾ ਵਾ ਸੰਬੰਧ ਕਿਤੇ ਨਾ ਕਿਤੇ ਬੰਦੀ ਛੋੜ ਦੀਵਾਲੀ ਦੇ ਨਾਲ ਹੀ ਆਣ ਕੇ ਜੁੜ ਜਾਂਦਾ ਕਿ ਉਹਨਾਂ ਨੇ ਇਕੱਠ ਕਰਨ ਦੀ ਕੋਸ਼ਿਸ਼ ਕੀਤੀ, ਪਰ ਉਹ ਸਰਬੱਤ ਖਾਲਸਾ ਜਿਹੜਾ ਹੋਇਆ ਨਹੀਂ। ਹੋਰ ਵੀ ਸਮੇਂ ਸਿਰ ਕਈ ਵਾਰੀ ਇੱਥੇ ਸਰਬੱਤ ਖਾਲਸੇ ਜਿਹੜੇ ਆ ਹੁੰਦੇ ਰਿਹਾ, ਔਰ ਉਹਦਾ ਕਾਰਨ ਇਹੋ ਹੁੰਦਾ ਸੀ ਕਿ ਸੰਗਤਾਂ ਨੂੰ ਪਤਾ ਲੱਗ ਜਾਂਦਾ ਸੀ, ਕਿਉਂਕਿ ਆਲੇ ਦੁਆਲੇ ਹਿਲਜੁਲ ਹੁੰਦੀ। ਉਸ ਸਮੇਂ ਵੀ ਜਿਵੇਂ ਤੁਸੀਂ ਦੱਸਿਆ ਕਿ ਵਿਰੋਧੀਆਂ ਦੇ ਵੱਲੋਂ ਜਿਹੜੇ ਸਿੱਖੀ ਦਾ ਨਾਸ਼ ਕਰਨਾ ਚਾਹੁੰਦੇ ਸੀ, ਉਹਨਾਂ ਨੇ ਸੋਚਿਆ ਕਿ ਬਹੁਤੇ ਸਿੱਖ ਜਿਹੜੇ ਨੇ ਉਹ ਦਰਬਾਰ ਸਾਹਿਬ ਇਕੱਠੇ ਹੋ ਰਹੇ ਨੇ ਅਤੇ ਉਹਨਾਂ ਨੂੰ ਕਤਲ ਕਰ ਦਿੱਤਾ ਜਾਏ। ਉਸ ਤੋਂ ਬਾਅਦ ਵੀ ਹੋਇਆ 84 ਦੇ ਵੇਲੇ ਹੀ ਕਤਲੇਆਮ ਹੋਇਆ। ਅੱਜ ਕੱਲ੍ਹ ਦੇ ਦਿਨ ਸੀ ਜਦੋਂ ਦਿੱਲੀ ਦੀ ਵੀ ਆਪਾਂ ਗੱਲ ਕਰੀਏ, ਕਲਾਂ ਦੇ ਵਿੱਚ ਟਾਇਰ ਪਾ ਕੇ ਸਾੜੇ ਗਏ। ਇਹ ਕਿਉਂ ਹੋਇਆ ਇਸ ਤਰ੍ਹਾਂ? ਇਸ ਤੋਂ ਕਿਵੇਂ ਦੇਖਦੇ ਹੋ ਤੁਸੀਂ? ਇਹ ਕਿਉਂਕਿ ਜਿਹੜੇ ਗੁਰੂ ਨਾਨਕ ਸਾਹਿਬ ਦੀ ਵਿਚਾਰਧਾਰਾ, ਉਹ ਵਿਚਾਰਧਾਰਾ ਮਨੁੱਖ ਬਰਾਬਰੀ ਦੀ ਗੱਲ ਕਰਦੀ ਆ। ਉਹ ਇਹ ਗੱਲ ਆਖਦੀ ਆ ਕਿ ਜਿਹੜਾ ਵੀ ਇੱਥੇ ਇਨਸਾਨ ਆਇਆ ਉਹਨੂੰ ਜ਼ਿੰਦਗੀ ਜੀਣ ਦਾ ਹੱਕ ਆ। ਅਵਲ ਅੱਲਾ ਨੂਰ ਪਾਇਆ ਕੁਦਰਤ ਕੇ ਸਭ ਬੰਦੇ, ਏਕ ਨੂਰ ਤੇ ਸਭ ਜਗ ਉਪਜਿਆ, ਕੌਣ ਭਲੇ ਕੋ ਮੰਦੇ, ਲੋਗਾ ਭਰਮ ਨਾ ਭੂਲੋ ਭਾਈ, ਖਾਲਕ ਖਲਕ ਮੈਂ ਖਾਲਕ, ਪੂਰ ਰਹਿਓ ਸਰਬ ਠਾਈ। ਇਹ ਜਿਹੜੀ ਵਿਚਾਰਧਾਰਾ ਗੁਰੂ ਨਾਨਕ ਪਾਤਸ਼ਾਹ ਦੇ ਘਰ ਦੀ ਆ, ਇਹ ਜਿਹੜੇ ਮੰਨੂ ਦੀ ਸੋਚ ਵਾਲੇ, ਮੰਨੂ ਸਿਮਰਤੀ ਵਾਲਾ, ਉਹਨਾਂ ਨੂੰ ਵੀ ਪ੍ਰਵਾਨ ਨਹੀਂ, ਇਹਨਾਂ ਨੂੰ ਵੀ ਪ੍ਰਵਾਨ ਨਹੀਂ, ਉਸ ਸਮੇਂ ਜ਼ਕਰੀਆ ਖਾਨ ਨੂੰ ਵੀ ਪ੍ਰਵਾਨ, ਮਤਲਬ ਉਹਨਾਂ ਦੀ ਵੀ ਤਾਂ ਇਹੋ ਹੀ ਵਿਚਾਰਧਾਰਾ ਹੋ ਚੁੱਕੀ ਸੀ ਨਾ ਉਦੋਂ ਤੱਕ। ਜਿਹੜੀ ਇਹ ਵਿਚਾਰਧਾਰਾ ਵੀ ਮੈਂ ਧਰਮੀ ਆ ਅਤੇ ਤੂੰ ਕਾਫਰ ਆ, ਇਹ ਵੀ ਮਾੜੀ ਆ। ਅਤੇ ਜਿਹੜੀ ਦੂਜੇ ਬੰਨੇ ਵਿਚਾਰਧਾਰਾ ਕਿ ਮੈਂ ਸਵਰਨ ਜਾਤੀ ਦਾ ਵਾਂ ਅਤੇ ਤੂੰ ਸ਼ੂਦਰ ਆ, ਇਹ ਵੀ ਉਹੀ ਗੱਲ ਆ। ਔਰ ਇਹਨਾਂ ਦੋਵਾਂ ਗੱਲਾਂ ਨੂੰ ਗੁਰਮਤਿ ਮੰਨਦੀ ਨਹੀਂ ਬਿਲਕੁਲ ਵੀ। ਗੁਰਮਤਿ ਤਾਂ ਕਹਿੰਦੀ ਵੀ ਮੰਦਾ ਕਿਸ ਨੂੰ ਆਖੀਏ, ਮੰਦਾ ਕਿਸੇ ਨੂੰ ਕਹਿਣਾ ਨਹੀਂ ਚਾਹੀਦਾ।
ਜਾਂ ਗੁਰੂ ਸਾਹਿਬ ਨੇ ਆਖਿਆ ਵੀ ਸਾਰਿਆਂ 'ਚ ਰੱਬ ਦੀ ਜੋਤ ਨੂੰ ਵੇਖੋ। ਉਹ ਜਿਹੜੀ ਗੁਰੂ ਨਾਨਕ ਸਾਹਿਬ ਦੀ ਇਹ ਵਿਚਾਰਧਾਰਾ ਜਿਹੜੀ ਸਾਰਿਆਂ ਨੂੰ ਬਰਾਬਰੀ ਦਾ ਸਬੂਤ ਦਿੰਦੀ ਆ, ਜ਼ਿੰਦਗੀ ਜਿਉਣ ਦਾ ਹੱਕ ਦਿੰਦੀ ਆ, ਇਹ ਨਹੀਂ ਚੰਗੀ ਲੱਗਦੀ। ਔਰ ਇਸੇ ਕਰਕੇ 1984 ਦੇ ਵਿੱਚ ਪਹਿਲਾਂ ਜੂਨ 'ਚ ਸਾਡੇ 'ਤੇ ਤਸ਼ੱਦਦ ਹੁੰਦਾ, ਅਕਾਲ ਤਖਤ ਸਾਹਿਬ ਨੂੰ ਢਹਿ ਢੇਰੀ ਕੀਤਾ ਗਿਆ। ਔਰ ਉਹਦੇ ਤੋਂ ਬਾਅਦ ਨਵੰਬਰ, ਉਦੋਂ ਗੁਰੂ ਨਾਨਕ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ ਆਉਣ ਵਾਲਾ ਹੈ। ਔਰ ਉਦੋਂ ਇਹ ਇੱਕ ਪਲੈਨਿੰਗ ਪਹਿਲਾਂ ਬਣ ਚੁੱਕੀ ਸੀ ਵੀ ਆਪਾਂ ਸਿੱਖ ਜਿਹੜੇ ਲੱਭ ਕੇ ਮਾਰਨੇ ਆ। ਮਾਰੇ ਵੀ ਇਹਨਾਂ ਨੇ, ਪਰ ਕੌਮ ਫਿਰ ਖੜੀ ਹੋ ਗਈ, ਕਿਉਂਕਿ ਇਹ ਤਾਂ ਕੌਮ ਮੁੱਕਣੀ ਨਹੀਂ। ਇਸ ਕੌਮ ਦੇ ਸਿਰ ਦੇ ਉੱਤੇ ਅਕਾਲ ਪੁਰਖ ਆ ਬੈਠਾ। ਪਰ ਇਹਨਾਂ ਨੇ ਕੋਸ਼ਿਸ਼ਾਂ ਕੀਤੀਆਂ ਵਾ ਆਪਣੇ ਸੁਭਾਅ ਦੇ ਮੁਤਾਬਕ ਇਹ ਕਰੀ ਜਾਂਦੇ। ਇਹ ਲਖਪਤ ਰਾਏ ਤੇ ਜਸਪਤ ਰਾਏ ਦੇ ਜਿਹੜੇ ਵੰਸ਼ਜ ਆ ਨਾ, ਇਹਨਾਂ ਨੇ ਚੁੱਪ ਕਰਕੇ ਬਹਿਣਾ। ਪਰ ਨਾਲ ਇਹ ਵੀ ਸਾਨੂੰ ਚੇਤੇ ਰੱਖਣਾ ਚਾਹੀਦਾ ਕਿ ਜਿਹੜੇ ਗੁਰੂ ਦੇ ਵਾਰਸ ਆ, ਉਹਨਾਂ ਨੇ ਜਿਵੇਂ ਲਖਪਤ ਰਾਏ ਨੂੰ ਕੁੰਭੀ ਨਰਕ ਦੀ ਸਜ਼ਾ ਦਿੱਤੀ ਸੀ ਬਹੁਤ ਬੁਰੀ ਤਰ੍ਹਾਂ ਦੇ ਨਾਲ, ਅਤੇ ਜਸਪਤ ਰਾਏ ਦਾ ਸਿਰ ਹੀ ਵੱਢ ਕੇ ਲੈ ਗਏ ਸਿੱਖ। ਜੇ ਲਖਪਤ ਰਾਏ ਤੇ ਜਸਪਤ ਰਾਏ ਦੇ ਵੰਸ਼ਜ ਬੈਠੇ ਆ, ਅਤੇ ਇੱਧਰ ਭਾਈ ਹਾਠੂ ਸਿੰਘ ਤੇ ਭਾਈ ਨਿਬਾਹੂ ਸਿੰਘ ਹੋਣਾ ਦੇ ਵੰਸ਼ਜ ਵੀ ਬੈਠੇ ਆ, ਉਹ ਫਿਰ ਇੱਧਰਲੇ ਪਾਪੀਆਂ ਨੂੰ ਨਾਲ ਹੀ ਸਜ਼ਾ ਦੇਂਦੇ ਆ। ਹਿਸਾਬ ਕਿਤਾਬ ਇੱਥੇ ਬਰਾਬਰ ਹੀ ਚੱਲਦਾ। ਇਹ ਕਰ ਕਰੇ ਸੋ ਇਹ ਕਰ ਪਾਵੇ। ਦਾਲ ਰੋਟੀ ਘਰ ਦੀ, ਦੀਵਾਲੀ ਅੰਮ੍ਰਿਤਸਰ ਦੀ, ਇਹ ਬੜਾ ਅਸੀਂ ਪੜ੍ਹਦੇ ਹਾਂ, ਸੁਣਦੇ ਹਾਂ, ਹਰ ਵਾਰ ਇਸ ਦੀ ਗੱਲ ਵੀ ਹੁੰਦੀ ਹੈ। ਇਹ ਕਿਵੇਂ ਇਸ ਦੀ ਜਿਹੜੀ ਹੈ ਮਹੱਤਤਾ ਵਧੀ, ਲੋਕਾਂ ਦੀ ਜ਼ੁਬਾਨ 'ਤੇ ਇਹ ਫਿਕਰਾ ਕਿਵੇਂ ਚੜ੍ਹਿਆ? ਨਾਲ ਮੈਂ ਇਹ ਵੀ ਪੁੱਛਣਾ ਚਾਹੂੰਗਾ ਕਿ ਜਿਹੜੀ ਹੁਣ ਦੀਪਮਾਲਾ ਕੀਤੀ ਜਾਂਦੀ ਹੈ, ਜਿਵੇਂ ਤੁਸੀਂ ਜ਼ਿਕਰ ਕੀਤਾ ਪਹਿਲਾਂ ਕਿ ਜਦੋਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਆਏ ਅਤੇ ਸਿੱਖਾਂ ਨੇ ਖੁਸ਼ੀ ਦੇ ਵਿੱਚ ਦੀਪਮਾਲਾ ਕੀਤੀ, ਉਸ ਦੀਪਮਾਲਾ ਦਾ ਅੱਜ ਕੀ ਮਹੱਤਵ ਹੈ? ਅੱਜ ਆਤਿਸ਼ਬਾਜ਼ੀ ਵੀ ਹੁੰਦੀ ਹੈ ਦਰਬਾਰ ਸਾਹਿਬ, ਕਈ ਲੋਕ ਉਂਗਲਾਂ ਵੀ ਚੱਕਦੇ ਨੇ ਇਸ ਗੱਲ 'ਤੇ ਕਿ ਆਤਿਸ਼ਬਾਜ਼ੀ ਦੇ ਨਾਲ ਪ੍ਰਦੂਸ਼ਣ ਫੈਲਦਾ ਹੈ। ਦੇਖੋ ਤੇ ਜਿਹੜੇ ਉਂਗਲਾਂ ਚੱਕਦੇ ਉਹ ਪਹਿਲਾਂ ਤਾਂ ਆਪਣੇ ਘਰਾਂ 'ਚ ਬੰਦ ਕਰ ਦੇਣ ਪਟਾਕੇ, ਏਸੀ ਲਵਾ ਦੇਣ, ਨਾਲ ਦੀ ਨਾਲ ਗੱਡੀਆਂ ਆਪਣੀਆਂ ਬੰਦ ਕਰ ਦੇਣ, ਫੈਕਟਰੀਆਂ ਨੂੰ ਬੰਦ ਕਰਾ ਦੇਣ। ਉਹ ਕਿਉਂ ਨਹੀਂ ਕਰਾਉਂਦੇ? ਇੱਕ ਦਿਨ ਪਟਾਕੇ ਚੱਲ ਗਏ ਤੇ ਭੁਚਾਲ ਆ ਜਾਂਦਾ। ਠੀਕ ਆ, ਹੌਲੀ ਹੌਲੀ ਪਟਾਕੇ ਘਟ ਗਏ ਨੇ ਔਰ ਬਹੁਤੇ ਨਹੀਂ ਚੱਲਦੇ। ਹੁਣ ਉਹਨਾਂ ਨੇ ਉਹ ਵੀ ਪ੍ਰਬੰਧ ਕਰ ਲਿਆ ਹੈਗਾ ਵੀ ਧੂੰਆਂ ਰਹਿਤ ਆਤਿਸ਼ਬਾਜ਼ੀ ਕੀਤੀ ਜਾਵੇ, ਔਰ ਪਿਛਲੇ ਕੁਝ ਸਾਲਾਂ ਤੋਂ ਹੋਈ ਵੀ ਆ। ਪਰ ਤੁਸੀਂ ਧੂੰਆਂ ਰਹਿਤ ਵੀ ਕਰ ਦਿਓ, ਤੁਸੀਂ ਕੁਛ ਵੀ ਕਰ ਦਿਓ, ਕਈ ਲੋਕਾਂ ਨੇ ਵੈਸੇ ਹੀ ਤਰਕ ਕਰੀ ਜਾਣਾ, ਕੋਈ ਇਹਦਾ ਆਧਾਰ ਨਹੀਂ। ਚਰਚਾ ਇਸ ਗੱਲ ਦੀ ਵੀ ਚੱਲਦੀ ਹੈ ਕਿ ਗੁਰੂ ਦੀ ਗੋਲਕ ਦੇ ਵਿੱਚ ਸੰਗਤ ਦਾ ਪੈਸਾ ਹੈ, ਸੰਗਤ ਦਾ ਪੈਸਾ ਪਟਾਕਿਆਂ ਦੇ ਫੂਕ ਦਿੱਤਾ ਜਾਂਦਾ। ਨਹੀਂ ਦੇਖੋ ਜੀ, ਵੀ ਸੰਗਤ ਦਾ ਹੀ ਪੈਸਾ ਵਾ ਤੇ ਵਰਤਿਆ ਵੇ ਤੇ ਜਾ ਰਿਹਾ ਨਾ, ਆਪਾਂ ਕੋਈ ਗੁਰੂ ਦਾ ਤਿਉਹਾਰ ਹੀ ਮਨਾ ਰਹੇ, ਫਿਰ ਕਿਹੜੀ ਗੱਲ ਹੈਗੀ। ਔਰ ਸੰਗਤ ਜਿਹੜੀ ਉਹ ਕੋਈ ਕਮੀ ਵੀ ਨਹੀਂ ਛੱਡਦੀ, ਕੋਈ ਖਾਸ ਗੱਲ ਨਹੀਂ। ਜੇ ਖਰਚਤਾ ਤੇ ਉਹ ਕਾਹਦੇ ਲਈ ਹੈਗਾ ਪੈਸਾ? ਔਰ ਨਿੱਜੀ ਤੇ ਕਿਸੇ ਨੇ ਖਾਣਾ ਨਹੀਂ, ਉਹ ਜੇ ਕੋਈ ਖਾਂਦਾ ਤੇ ਉਹ ਮਸੰਦ ਹੀ ਹੁੰਦਾ। ਇਹ ਕਰਕੇ ਉਹ ਕੋਈ ਇਸ਼ੂ ਨਹੀਂ। ਦੀਪਮਾਲਾ ਜਿਹੜੀ ਆ ਉਹ ਉਦੋਂ ਵੀ ਕੀਤੀ ਜਾਂਦੀ, ਉਹ ਅੱਜ ਵੀ ਕੀਤੀ ਜਾਂਦੀ ਆ। ਉਹ ਤਾਂ ਸਾਡੀ ਰਵਾਇਤ ਆ, ਅਤੇ ਰਵਾਇਤਾਂ ਦੇ ਸਿਰ 'ਤੇ ਕੌਮਾਂ ਜਿਹੜੀਆਂ ਉਹ ਜਿਉਂਦੀਆਂ ਰਹਿੰਦੀਆਂ। ਇਤਿਹਾਸ ਜਿਹੜਾ ਰਵਾਇਤਾਂ ਦੇ ਸਿਰ 'ਤੇ ਹੀ ਜਿਉਂਦਾ ਰਹਿੰਦਾ, ਕੋਈ ਗੱਲ ਨਹੀਂ ਆ। ਹੌਲੀ ਹੌਲੀ ਪਟਾਕੇ ਪਟੂਕੇ ਚੱਲਣੇ ਘੱਟ ਹੋਏ ਆ, ਧੂੰਆਂ ਰਹਿਤ ਵੀ ਹੋ ਗਏ ਆ। ਪਰ ਜੇ ਚੱਲ ਵੀ ਰਹੇ ਤਾਂ ਇਹਦੇ ਨਾਲ ਕੋਈ ਬੰਬ ਨਹੀਂ ਡਿੱਗ ਰਿਹਾ, ਕੋਈ ਖਾਸ ਗੱਲ ਨਹੀਂ ਆ ਵੀ ਉੱਥੋਂ ਹੀ ਸਾਰਾ ਪ੍ਰਦੂਸ਼ਣ ਨਿਕਲ ਗਿਆ। ਲੋਕ ਗੱਡੀਆਂ ਗੁੱਡੀਆਂ ਆਪਣੀਆਂ ਜਾਂ ਜਿਹੜੇ ਕਰਦੇ ਉਹ ਬੰਦ ਕਰ ਲੈਣ। ਇਸੇ ਤੇ ਰੋਕ ਲਾਉਣੀ ਹੈ ਤਾਂ ਜਿਹੜੀ ਪਟਾਕਾ ਫੈਕਟਰੀਆਂ ਹੁੰਦੀਆਂ ਨੇ ਉਹਨਾਂ ਦੇ ਉੱਪਰ ਵੀ ਤੁਸੀਂ ਕਹਿੰਦੇ ਹੋ ਕਿ ਰੋਕ ਲਗਾਈ ਜਾ। ਨਹੀਂ, ਮੈਂ ਨਹੀਂ ਕਹਿੰਦਾ ਜੀ ਰੋਕ ਲਾਓ, ਕਿਉਂਕਿ ਇਹਦੀ ਗਰੀਬ ਦੀ ਆਪਾਂ ਰੋਟੀ ਤੇ ਲੱਤ ਮਾਰਨੀ। ਚੱਲਣ ਦਿਓ ਤੇ ਸਦੀਆਂ ਤੋਂ ਪਟਾਕੇ। ਨਾਲੇ ਸਿੱਖਾਂ ਨੂੰ ਇੰਨਾ ਕੋਈ ਡਰ ਨਹੀਂ ਹੈਗਾ ਵੀ ਪਟਾਕੇ ਨਹੀਂ ਚਲਾਉਣੇ। ਜੇ ਸਿੱਖ ਨਹੀਂ ਚਲਾਉਣਗੇ ਤਾਂ ਚਲਾਊਗਾ ਕੌਣ? ਮਾਰਸ਼ਲ ਕੌਮ ਆ ਸਾਡੀ, ਤੇ ਚਲਾਉਣ ਤੋਂ ਕੋਈ ਗੱਲ ਨਹੀਂ। ਇਹ ਐਵੇਂ ਭਰਮ ਪੈ ਗਿਆ ਸਾਡੇ 'ਚ, ਹਰ ਗੱਲ 'ਤੇ ਅਸੀਂ ਐਵੇਂ ਸੋਚਣ ਲੱਗ ਪਏ ਵੀ ਪ੍ਰਦੂਸ਼ਣ ਹੋ ਗਿਆ। ਪ੍ਰਦੂਸ਼ਣ ਹੋ ਰਿਹਾ ਵਾ ਫੈਕਟਰੀਆਂ ਦਾ। ਉਹ ਫੈਕਟਰੀਆਂ ਵੀ ਬੰਦ ਨਾ ਹੋਣ, ਪਰ ਉਹਨਾਂ ਨੂੰ ਧੂੰਆਂ ਕੰਟਰੋਲ ਕਰੋ ਨਾ। ਉਹ 'ਤੇ ਸਾਰੇ ਨਿਯਮ ਜਿਹੜੇ ਸਰਕਾਰ ਨੇ ਬਣਾਏ ਆ ਉਹ ਲਾਗੂ ਕਰ ਦਿਓ। ਗੱਡੀਆਂ ਦਾ ਪ੍ਰਦੂਸ਼ਣ ਘੱਟ ਕਰੋ। ਇੱਕ ਘਰ 'ਚ 4 ਏਸੀ ਲੱਗੇ ਹੋਏ ਆ, ਉਹ ਘੱਟ ਕਰ ਦਿਓ। ਏਸੀਆਂ ਤੋਂ ਵੱਧ ਪ੍ਰਦੂਸ਼ਣ ਕਿਹੜੀ ਚੀਜ਼ ਕਰਦੀ ਆ? ਮਤਲਬ ਇਹ ਛੋਟਾ ਮੁੱਦਾ ਹੈ, ਹੋਰ ਬਹੁਤ ਸਾਰੇ ਮੁੱਦੇ ਨੇ। ਫੈਕਟਰੀਆਂ ਦਾ ਗੰਦਾ ਪਾਣੀ ਜਿਹੜਾ ਦਰਿਆਵਾਂ ਦੇ ਵਿੱਚ ਪੈ ਰਿਹਾ ਉੱਧਰ। ਦੇਖੋ ਜੀ, ਮੁੱਦਾ ਤਾਂ ਇਹ ਆ ਵੀ ਪ੍ਰਦੂਸ਼ਣ ਹੋਵੇ ਨਾ ਰੁੱਖ ਲਾ ਦਿਓ। ਸਰਕਾਰ ਕੱਢੇ ਵੀ ਹਰ ਬੰਦਾ ਜਿਹੜਾ ਆਪਣੇ ਖੇਤ ਦੇ ਆਲੇ ਦੁਆਲੇ ਰੁੱਖ ਲਾਵੇ, ਸੜਕਾਂ 'ਤੇ ਰੁੱਖ ਲੱਗਣ। ਘਰ ਦੇ ਵਿੱਚ ਕੋਈ ਵੀ ਘਰ ਜਿਹੜਾ ਰੁੱਖ ਤੋਂ ਬਿਨਾਂ ਨੂੰ ਜੁਰਮਾਨਾ ਲੱਗੂਗਾ। ਆਪ ਇਹ ਪ੍ਰਬੰਧ ਕਰਾਉਣ, ਰੁੱਖ ਲਾ ਦਿਓ, ਪ੍ਰਦੂਸ਼ਣ ਹੈ ਹੀ ਨਹੀਂ। ਰੁੱਖ ਤੇ ਤੁਸੀਂ ਸਾਰੇ ਵੱਢ ਤੇ ਰੋਈ ਅਸੀਂ ਪਟਾਕਿਆਂ ਨੂੰ ਜਾਂਦੇ ਪਏ ਦਰਬਾਰ ਸਾਹਿਬ ਕੋਲ ਚੱਲਦੇ। ਨਾਨਕ ਸਾਹਿਬ ਦੇ ਗੁਰਪੁਰਬ ਦੇ ਉੱਪਰ ਪੰਜਾਬ ਸਰਕਾਰ ਨੇ ਐਲਾਨ ਕੀਤਾ ਸੀ ਕਿ 550 ਪਿੰਡਾਂ ਦੇ ਵਿੱਚ ਜਾਂ 550 ਜਿਹੜੇ ਰੁੱਖ ਨੇ ਉਹ ਹਰ ਪਿੰਡ ਦੇ ਵਿੱਚ ਲਗਾਏ ਜਾਣਗੇ। ਇਹ ਐਲਾਨ ਕੀਤਾ ਸੀ, ਪਰ ਅੱਜ ਪਿੰਡਾਂ ਦੇ ਵਿੱਚ ਰੁੱਖ ਤਾਂ ਨਜ਼ਰ ਨਹੀਂ ਆਉਂਦੇ। ਦੇਖੋ ਜੀ, ਇੱਥੇ ਸਰਕਾਰਾਂ ਵੀ ਦੋਸ਼ੀ, ਅਸੀਂ ਵੀ ਦੋਸ਼ੀ। ਸਾਡੀ ਸੋਚ ਪਦਾਰਥਵਾਦੀ। ਅਸੀਂ ਨਹੀਂ ਚਾਹੁੰਦੇ ਵੀ ਸਾਡੇ ਖੇਤ ਜਾਂ ਪੈਲੀ ਦੇ ਕੰਢੇ 'ਤੇ ਰੁੱਖ ਹੋਵੇ। ਅਸੀਂ ਕਹਿੰਦੇ ਸਾਡੀ ਫਸਲ ਖਰਾਬ ਹੋਈ ਨਹੀਂ, ਔਰ ਅਸੀਂ ਮਰ ਰਹੇ ਹਾਂ। ਇਹੋ ਹੀ ਸਾਡੇ ਮੌਤ ਦੀ ਵਜ੍ਹਾ। ਅਸੀਂ ਪਦਾਰਥਵਾਦੀ, ਅਸੀਂ ਸਵਾਰਥੀ, ਅਸੀਂ ਖੁਦਗਰਜ਼ ਹਾਂ। ਅਸੀਂ ਚਾਹੁੰਦੇ ਨਹੀਂ ਰੁੱਖ ਲੱਗਣ। ਜੇ ਕੋਈ ਲੱਗਦੇ ਵੀ ਆ ਸੜਕਾਂ 'ਤੇ, ਸਾਡੇ ਲੋਕ ਜਿਹੜੇ ਆ ਅੱਗ ਲਾ ਕੇ ਸਾੜ ਦਿੰਦੇ ਆ। ਖੁਦ ਅਸੀਂ ਦੇਖਿਆ, ਸਾੜ ਦਿੰਦੇ, ਰੁੱਖ ਨੂੰ ਸਾੜ ਦਿੰਦੇ ਆ।
ਫਿਰ ਚਾਹੁੰਦੇ ਆ ਵੀ ਸਾਨੂੰ ਖੁਸ਼ਹਾਲ ਜ਼ਿੰਦਗੀ ਮਿਲੇ, ਉਹ ਕਿੱਥੋਂ ਮਿਲਣੀ ਹੈ। ਔਰ ਦੋਸ਼ ਲੋਕਾਂ ਦਾ ਵਾ, ਕੱਢਦੇ ਅਸੀਂ ਜਾ ਕੇ ਵੀ ਦਰਬਾਰ ਸਾਹਿਬ ਪਟਾਕੇ ਕੋ ਚੱਲੀ ਜਾਂਦੇ। ਆਪਣੇ ਆਪ ਨੂੰ ਸੁਧਾਰਿਆ, ਆਪ ਸਵਾਰੇ ਮੈਂ ਮਿਲੇ, ਮੈਂ ਮਿਲਿਆ ਸੁਖ ਹੋਏ, ਫਰੀਦਾ ਜੇ ਤੂੰ ਮੇਰਾ ਹੋਏ ਰਹੇ, ਸਭ ਜਗ ਤੇਰਾ ਹੋਏ। ਆਪਣੇ ਆਪ ਨੂੰ ਸੁਧਾਰੀਏ, ਫਿਰ ਦੂਜੇ ਨੂੰ ਪੁੱਛੀਏ ਵੀ ਆਹ ਕਿਉਂ ਕਰ ਰਹੇ। ਆਖਰੀ ਸਵਾਲ, ਸਿੱਖ ਧਰਮ ਦੇ ਵਿੱਚ ਹੋਰ ਕਿਹੜੇ-ਕਿਹੜੇ ਤਿਉਹਾਰ ਨੇ? ਬੰਦੀ ਛੋੜ ਦਿਵਸ ਨੂੰ ਸਿੱਖ ਤਿਉਹਾਰ ਦੇ ਵਜੋਂ ਹੀ ਮਨਾਉਂਦੇ ਨੇ, ਹੋਰ ਕਿਹੜੇ-ਕਿਹੜੇ ਤਿਉਹਾਰ ਨੇ? ਜਿਵੇਂ ਤੁਸੀਂ ਦੱਸਿਆ ਕਿ ਦੀਵਾਲੀ ਤੇ ਬੰਦੀ ਛੋੜ ਦਿਵਸ ਦੇ ਵਿੱਚ ਕੁਝ ਫਰਕ ਹੈ, ਹਾਲਾਂਕਿ ਦੀਵਾਲੀ ਦੇ ਮੌਕੇ ਤੇ ਜਿਹੜੇ ਸੀ ਸਿੱਖ ਉਹ ਅੰਮ੍ਰਿਤਸਰ ਦੇ ਵਿੱਚ ਇਕੱਠੇ ਹੁੰਦੇ ਰਹੇ। ਹੋਰ ਕਿਹੜੇ-ਕਿਹੜੇ ਤਿਉਹਾਰ ਨੇ ਸਿੱਖਾਂ ਦੇ ਜਿਹੜੇ ਸਿੱਖ ਬੜੇ ਉਤਸ਼ਾਹ ਨਾਲ ਮਨਾਉਂਦੇ ਨੇ? ਦੇਖੋ ਜੀ, ਗੁਰੂ ਸਾਹਿਬ ਜੀ ਦੇ ਪ੍ਰਕਾਸ਼ ਪੁਰਬ, ਗੁਰੂ ਸਾਹਿਬ ਜੀ ਦੇ ਜੋਤੀ ਜੋਤ ਸਮਾਉਣ ਦਾ ਦਿਹਾੜਾ, ਗੁਰੂ ਸਾਹਿਬ ਜੀ ਦੇ ਗੁਰਗੱਦੀ ਦਿਹਾੜੇ, 10 ਪਾਤਸ਼ਾਹੀਆਂ ਦੇ 10 ਪਾਤਸ਼ਾਹੀਆਂ ਦੇ ਪ੍ਰਕਾਸ਼ ਦਿਹਾੜੇ। 10 ਪਾਤਸ਼ਾਹੀਆਂ ਗੁਰੂ ਨਾਨਕ ਸਾਹਿਬ ਤੇ ਧੁਰੋਂ ਹੀ ਗੁਰੂ ਆ, ਬਾਕੀ ਗੁਰੂ ਗ੍ਰੰਥ ਸਾਹਿਬ ਤੱਕ ਫਿਰ 10 ਹੀ ਬਣ ਗਏ। ਇਹਨਾਂ ਦੇ ਗੁਰਗੱਦੀ ਪੁਰਬ, ਇਹ ਸਾਡੇ ਤਿਉਹਾਰ ਨੇ। ਜਿਹੜੇ ਸਾਡੇ ਸ਼ਹੀਦ ਨੇ, ਉਹ ਭਾਵੇਂ 17ਵੀਂ ਸਦੀ ਦੇ, 18ਵੀਂ ਦੇ, 19ਵੀਂ ਦੇ, 20ਵੀਂ ਦੇ ਜਾਂ 21ਵੀਂ ਦੇ, ਜਿਹੜੇ ਸਾਡੇ ਸ਼ਹੀਦ ਨੇ, ਉਹਨਾਂ ਦੇ ਸ਼ਹੀਦੀ ਦਿਹਾੜੇ, ਖਾਲਸੇ ਦਾ ਤਿਉਹਾਰ, ਹੋਲਾ ਮਹੱਲਾ, ਇਹ ਸਾਡੇ ਸਿੱਖ ਤਿਉਹਾਰ ਹੈਗੇ। ਇਹਨਾਂ ਨੂੰ ਮਨਾਉਣ ਦਾ ਤਰੀਕਾ ਕੀ ਹੋਣਾ ਚਾਹੀਦਾ? ਅੱਜ ਦੇ ਤਰੀਕਾ ਤੇ ਗੁਰਮਤਿ ਸਮਾਗਮ ਹੁੰਦੇ ਸਾਡੇ ਜੀ। ਗੁਰਮਤਿ ਸਮਾਗਮ, ਗੁਰੂ ਦੇ ਸ਼ਬਦ ਦੀ ਵਿਚਾਰ, ਗੁਰੂ ਦਾ ਇਤਿਹਾਸ ਦੱਸਿਆ ਜਾਵੇ, ਬੱਚਿਆਂ ਦੇ ਮੁਕਾਬਲੇ ਕਰਾਏ ਜਾਣ ਗੁਰਮਤਿ ਦੇ, ਉਹਨਾਂ ਨੂੰ ਗੁਰਮਤਿ ਦੇ ਨਾਲ ਜੋੜਿਆ ਜਾਵੇ, ਸਕੂਲਾਂ ਕਾਲਜਾਂ ਤੱਕ ਇਹਨੂੰ ਲੈ ਕੇ ਜਾਇਆ ਜਾਵੇ, ਪਿੰਡਾਂ ਤੱਕ। ਗੱਲ ਤੇ ਉੱਥੇ ਹਰ ਥਾਂ ਤੇ ਆਉਣੀ ਆ ਗੁਰਮਤਿ ਦੀ ਤੇ ਗੁਰ ਇਤਿਹਾਸ ਦੀ। ਪਰ ਹੁਣ ਜੇ ਬੰਦੀ ਛੋੜ ਦਿਵਸ ਦੀ ਗੱਲ ਕਰੀਏ ਤਾਂ ਦੀਵਾਲੀ ਦਾ ਪ੍ਰਭਾਵ ਬੰਦੀ ਛੋੜ ਦਿਵਸ 'ਤੇ ਸਾਫ਼ ਨਜ਼ਰ ਆਉਂਦਾ ਹੈ, ਕਿਉਂਕਿ ਜਿਵੇਂ ਆਪਾਂ ਦੇਖਦੇ ਹਾਂ ਖਰੀਦੋ ਫਰੋਖਤ ਸ਼ੁਰੂ ਹੁੰਦੀ ਹੈ, ਲੋਕਾਂ ਦੇ ਘਰਾਂ ਦੇ ਵਿੱਚ ਗਿਫਟ ਦੇਣ ਦੀ ਜਿਹੜੀ ਹੈ ਦੌੜ ਲੱਗੀ ਹੁੰਦੀ ਹੈ। ਕਿਤੇ ਨਾ ਕਿਤੇ ਸਮਾਜ ਦੇ ਉੱਪਰ, ਪਰਿਵਾਰਾਂ ਦੇ ਉੱਪਰ ਤੁਸੀਂ ਇਸ ਨੂੰ ਬੋਝ ਸਮਝਦੇ ਹੋ? ਕੀ ਦੇਖਦੇ ਹੋ, ਕਿਵੇਂ ਨਜ਼ਰ? ਦੇਖੋ ਜੀ, ਬਹੁ ਗਿਣਤੀ ਦਾ ਨਾ ਪ੍ਰਭਾਵ ਹੁੰਦਾ। ਆਪਾਂ ਜਿੱਥੇ ਰਹਿੰਦੇ ਹਾਂ ਉੱਥੇ 24 ਘੰਟੇ ਸਾਡੇ ਘਰਾਂ TV ਚੱਲ ਰਿਹਾ, ਉੱਥੇ ਜਿਹੜੇ ਡਰਾਮੇ ਚੱਲ ਰਹੇ, ਉਹ ਜਦੋਂ ਵੀ ਕੋਈ ਹਿੰਦੂਆਂ ਦਾ ਤਿਉਹਾਰ ਆਉਂਦਾ ਤੇ ਉਹ 10-15 ਦਿਨ ਪਹਿਲਾਂ ਡਰਾਮਿਆਂ ਨੂੰ ਇੱਦਾਂ ਦੇ ਬਣਾ ਦਿੰਦੇ ਆ ਵੀ ਉਹ ਮਨਾਓ। ਉਹ ਕਿਤੇ ਨਾ ਕਿਤੇ ਸਾਡੇ ਲੋਕਾਂ ਦੇ ਮਨਾਂ 'ਤੇ ਅਸਰ ਹੁੰਦਾ, ਉਹ ਵੀ ਉਹਦੇ ਪ੍ਰਭਾਵ ਦੇ ਹੇਠ ਉੱਦਾਂ ਹੀ ਕਰਦੇ। ਸਗੋਂ ਕਿ ਚਾਹੀਦਾ ਇਹ ਆ ਵੀ ਜਿਹੜਾ ਗਿਫਟ ਦੇਣੇ ਆ, ਇਹ ਤੁਸੀਂ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਦਿਹਾੜੇ 'ਤੇ ਦਿਓ, ਉਹਨੂੰ ਉਹ ਤਰੀਕੇ ਨਾਲ ਮਨਾਓ। ਤੁਹਾਡੇ ਕੋਲ ਕੋਈ ਨੌਕਰ ਆ, ਤੁਹਾਡੇ ਕੋਲ ਕੋਈ ਨੌਕਰੀ ਕਰਦਾ ਵਾ, ਤੁਹਾਡਾ ਕੋਈ ਮਿੱਤਰ ਆ, ਦੋਸਤ ਆ, ਸੱਜਣ ਆ, ਤੁਸੀਂ ਜਿਹੜਾ ਵੀ ਗਿਫਟ ਦੇਣਾ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਦਿਹਾੜੇ 'ਤੇ ਦਿਓ, ਤਾਂ ਕਿ ਪਤਾ ਲੱਗੇ ਵੀ ਸਾਡੇ ਗੁਰੂ ਸਾਹਿਬ ਦਾ ਪ੍ਰਕਾਸ਼ ਪੁਰਬ ਆ ਰਿਹਾ। ਪਰ ਬਹੁ ਗਿਣਤੀ ਦਾ ਸਾਡੇ 'ਤੇ ਪ੍ਰਭਾਵ ਆ, ਉਸੇ ਪ੍ਰਭਾਵ ਦੇ ਅਧੀਨ ਹੀ ਅਸੀਂ ਇਹ ਸਾਰਾ ਕੁਛ ਕਰ ਰਹੇ ਹਾਂ। ਪਰ ਇਹਦੇ ਵਿੱਚ ਗੱਲ ਫਿਰ ਉੱਥੇ ਆ ਜਾਂਦੀ ਵੀ ਜਦੋਂ ਤੁਹਾਡਾ ਆਪਣਾ ਘਰ ਨਾ ਹੋਵੇ ਤੇ ਉਦੋਂ ਤੁਸੀਂ ਬਹੁ ਗਿਣਤੀ ਦਾ ਪ੍ਰਭਾਵ ਸਵੀਕਾਰ ਕਰਦੇ ਆ। ਜੇ ਤੁਹਾਡਾ ਆਪਣਾ ਹੋਊਗਾ ਰਾਜ, ਤੁਹਾਡੀ ਆਪਣੀ ਸਟੇਟ, ਉਦੋਂ ਫਿਰ ਜਿਹੜਾ ਦਿਨ ਤਿਉਹਾਰ ਉਹ ਵੀ ਤੁਹਾਡੇ ਮੁਤਾਬਕ ਹੀ ਮਨਾਏ ਜਾਣਗੇ। ਠੀਕ ਆ, ਦੂਜਿਆਂ ਨੂੰ ਵੀ ਖੁੱਲ੍ਹ ਹੋਊਗੀ। ਰਾਜ ਰਿਹਾ ਸਾਡਾ ਜਦੋਂ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ, ਹਿੰਦੂ ਆਪਣੀ ਦੀਵਾਲੀ ਵੀ ਮਨਾਉਂਦੇ ਅਤੇ ਮੁਸਲਮਾਨ ਈਦ ਵੀ ਮਨਾਉਂਦੇ, ਬੜੇ ਸਾਰਿਆਂ ਨੂੰ ਤੋਹਫੇ ਉਦੋਂ ਵੀ ਦਿੱਤੇ ਜਾਂਦੇ। ਪਰ ਜਦੋਂ ਤੁਹਾਡਾ ਆਪਣਾ ਹੋਊਗਾ ਤਾਂ ਤੁਹਾਡੇ ਆਪਣੇ ਤਿਉਹਾਰ ਸਟੈਬਲਿਸ਼ ਹੋਣਗੇ। ਜਦੋਂ ਹੈ ਨਹੀਂ ਉਹਨਾਂ ਚਿਰ ਦੂਜਿਆਂ ਦਾ ਪ੍ਰਭਾਵ ਤੁਹਾਡੇ 'ਤੇ ਪੈਂਦਾ ਹੀ ਰਹੂਗਾ। ਧੰਨਵਾਦ ਕੁਲਦੀਪ ਸਿੰਘ ਜੀ, ਤੁਸੀਂ ਅੱਜ ਸਟੂਡੀਓ ਦੇ ਵਿੱਚ ਆਏ, ਗੱਲਬਾਤ ਕੀਤੀ, ਬੰਦੀ ਛੋੜ ਦਿਵਸ ਦੇ ਇਤਿਹਾਸ ਬਾਰੇ ਦਰਸ਼ਕਾਂ ਨੂੰ ਜਾਣੂ ਕਰਾਇਆ। ਦਾ ਅਨਮਿਊਟ ਟੀਮ ਦੇ ਵੱਲੋਂ ਤੁਹਾਡਾ ਬਹੁਤ-ਬਹੁਤ ਇੱਕ ਵਾਰ ਫੇਰ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਭਾਈ ਕੁਲਦੀਪ ਸਿੰਘ ਗੜਗੱਜ, ਜਿਨ੍ਹਾਂ ਨੇ ਸਾਡੇ ਨਾਲ ਗੱਲਬਾਤ ਕੀਤੀ ਹੈ ਕਿ ਬੰਦੀ ਛੋੜ ਦਿਵਸ ਦਾ ਸੰਬੰਧ ਸਿੱਖਾਂ ਦੇ ਨਾਲ ਕਿਵੇਂ ਜੁੜਿਆ। ਇਸ ਦਿਨ ਗੁਰੂ ਹਰਗੋਬਿੰਦ ਸਾਹਿਬ ਮੀਰੀ ਪੀਰੀ ਦੇ ਮਾਲਕ ਗਵਾਲੀਅਰ ਦੇ ਕਿਲ੍ਹੇ ਦੇ ਵਿੱਚੋਂ ਰਿਹਾ ਹੋ ਕੇ ਆਏ ਸਨ ਤੇ ਉਹਨਾਂ ਦੇ ਆਉਣ ਦੀ ਖੁਸ਼ੀ ਦੇ ਵਿੱਚ ਅੰਮ੍ਰਿਤਸਰ ਦੀਆਂ ਸਿੱਖ ਸੰਗਤਾਂ ਨੇ ਦੀਪਮਾਲਾ ਕੀਤੀ। ਅੱਜ ਵੀ ਇਸ ਤਿਉਹਾਰ ਨੂੰ ਬੜੇ ਉਤਸ਼ਾਹ ਦੇ ਨਾਲ ਸਿੱਖ ਸੰਗਤਾਂ ਮਨਾਉਂਦੀਆਂ ਨੇ। ਅੰਮ੍ਰਿਤਸਰ ਦੇ ਵਿੱਚ ਸ੍ਰੀ ਦਰਬਾਰ ਸਾਹਿਬ ਵਿਖੇ ਵੱਡੀ ਗਿਣਤੀ ਦੇ ਵਿੱਚ ਸਿੱਖ ਸੰਗਤਾਂ ਨਤਮਸਤਕ ਹੁੰਦੀਆਂ ਨੇ। ਇਸ ਤੋਂ ਇਲਾਵਾ ਦੁਨੀਆ ਭਰ ਦੇ ਵਿੱਚ ਜਿੱਥੇ ਵੀ ਸਿੱਖ ਸੰਗਤਾਂ ਵਸਦੀਆਂ ਨੇ, ਉਹਨਾਂ ਦੇ ਵੱਲੋਂ ਗੁਰਧਾਮਾਂ ਦੇ ਵਿੱਚ ਪਹੁੰਚ ਕੇ ਦੀਪਮਾਲਾ ਕੀਤੀ ਜਾਂਦੀ ਹੈ ਤੇ ਗੁਰੂ ਦੇ ਚਰਨਾਂ ਦੇ ਵਿੱਚ ਮੱਥਾ ਟੇਕਿਆ ਜਾਂਦਾ ਹੈ। ਸੋ ਇਸ ਐਪੀਸੋਡ ਦੇ ਵਿੱਚ ਇੰਨਾ ਹੀ। ਹੁਣ ਦਿਓ ਇਜਾਜ਼ਤ। ਧੰਨਵਾਦ।